सतगुरां दी बाणी दा फरमान है। सतगुर आखदे ने कि सतगुर की प्रतीत ना आईया, शब्द ना लागो भाओ, उसनूं सुख ना उपजै, भावें 100 गेड़ा आ बो जाओ। भी सतगुर दे नाल तेरी प्रीत नहीं पैंदी, शब्द नाल तेरा प्यार नहीं पैंदा, शब्द नूं तू समझदा नहीं, शब्द नूं तू मनदा नहीं, शब्द दे अनुसार तू जिंदगी नहीं जिउंदा। सतगुर आखदे ने कि उसनूं सुख ना उपजै, भावें 100 गेड़ा आवो जाओ। एक बार की भावां तू दिहाड़ी दा 100 वारी गुरु घर आ, जेकर तेरी सतगुर नाल प्रीत नहीं पैंदी, शब्द नूं तू समझदा नहीं, शब्द नूं अपनी जिंदगी विच ढालदा नहीं, तेरा 100 वारी आया भी किसी काम नहीं। अज दे कीर्तन की सत्संग की शुरुआत आपां सतगुर रविदास महाराज जी के पावन पवित्र शब्द तुम चंदन हम रिंड बापुरे संग तुम्हारे वासा, नीच रूख ते ऊंच पए हैं गंध सुगंध निवासा। माधो सतसंगत शरण तुम्हारी, हम औगन तुम उपकारी। तुम मुख्तूल सपेद सपीयल हम बपरे जस कीरा, सतसंगत मिल रही है माधो जैसे मधुप मखीरा। आओ आप इस शब्द तो शुरुआत करके फिर जिमें सतगुर पातशाह हुक्म करनगे तिवें सांझ पाउंदे जावांगे। ते संगत दे चरनां 'च बेनती है कि इसे तरह जिस तरह हुण तुसीं सजे बैठे हो, इसे तरह एकाग्रता रखनी है। तुम चंदन हम अरिंड बाप रे, संग तुम्हारे वासा। तुम चंदन हम अरिंड बाप रे, संग तुम्हारे वासा। नीच रूख ते ऊंच पे हैं गंध सुगंध निवासा। नीच रूख ते ऊंच पे हैं गंध सुगंध निवासा। सतसंगत मिल रही है माधो, सतसंगत मिल रही है माधो जैसे मधुप मखीरा, जैसे मधुप मखीरा, जैसे मधुप मखीरा, जैसे मधुप मखीरा। सतसंगत मिल रही है माधो, सतसंगत मिल रही है माधो जैसे मधुप मखीरा, जैसे मधुप मखीरा, जैसे मधुप मखीरा, जैसे मधुप मखीरा। हाँ सतसंगियो, संगत दा बड़ा असर हुंदा इंसान ते। सतगुरां दी बाणी दा फरमान है, कबीर मन पंखी भयो, उड उड दह दिस जाए, जो जैसी संगत मिलै सो तैसो फल खाए। ये मन एक पंछी की तरह है। सतगुर कबीर आखदे ने कि ये 10 दिशावां च दह दिस घुमदा फिरदा है, कदे किते भटकदा है, कदे किसे वल नठदा है। ये एक सच्चाई है सतसंगियो कि हरेक इंसान नूं ਉਹੀ ਪਰਸਨ ਚੰਗਾ ਲੱਗਦਾ ਏ ਜਿਹੜਾ ਉਹਦੇ ਸੁਭਾਅ ਦੇ ਨਾਲ ਕੁਝ ਨਾ ਕੁਝ ਮੈਚ ਕਰਦਾ ਹੋਵੇ। ਜਿਹਦੀ ਸੰਗਤ ਉਹਦੇ ਆਪਣੇ ਖਿਆਲਾਤ ਵਰਗੀ ਹੋਵੇ, ਉਹੀ ਇਨਸਾਨ ਦੂਸਰੇ ਇਨਸਾਨ ਦੇ ਨਾਲ ਨਿਭਾ ਸਕਦਾ ਏ, ਉਹੀ ਉਸ ਦੇ ਨਾਲ ਮੇਲ ਕਰਦਾ ਏ। ਅਪੋਜੈਕਟ ਕਦੇ ਰਿਸ਼ਤੇ ਨਹੀਂ ਨਿਭਦੇ ਹੁੰਦੇ। विद्वान लोग आखते हैं कि जिथे इंसान दियां 3 चीज़ां मैच कर जान, एक खाण पाण, दूजा धर्म ते कल्चर,
ਜਿੱਥੇ ਇਹ ਤਿੰਨ ਚੀਜ਼ਾਂ ਮਿਲ ਜਾਣ ਉੱਥੇ ਦੋਸਤੀ ਕਹਿੰਦੇ ਚੰਗੀ ਨਿਭ ਜਾਂਦੀ ਹੈ। ਪਰ ਜਿੱਥੇ ਵਿਚਾਰ ਨਾ ਮਿਲੇ, ਸੰਗਤ ਇੱਕ ਨਾ ਹੋਵੇ, ਉੱਥੇ ਫਿਰ ਰਿਸ਼ਤੇ ਬਾਹਲਾ ਚੱਲ ਨਿਭਦੇ ਵੀ ਨਹੀਂ। ਅਤੇ ਸੰਗਤ ਦਾ ਬਹੁਤ ਵੱਡਾ ਅਸਰ ਹੁੰਦਾ ਹੈ ਇਨਸਾਨ ਦੇ ਮਨ 'ਤੇ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿੱਦਾਂ ਦੀ ਸੰਗਤ ਮਿਲਦੀ ਹੈ ਉੱਦਾਂ ਦੀ ਰੰਗਤ ਚੜ੍ਹ ਜਾਂਦੀ ਹੈ, ਉੱਦਾਂ ਦੇ ਸੰਸਕਾਰ ਬਣ ਜਾਂਦੇ ਨੇ, ਅਤੇ ਸੰਸਕਾਰਾਂ ਤੋਂ ਫਿਰ ਉੱਦਾਂ ਦੇ ਕਰਮ ਬਣ ਜਾਂਦੇ ਨੇ, ਅਤੇ ਕਰਮਾਂ ਤੋਂ ਫਿਰ ਉੱਦਾਂ ਦਾ ਫਲ ਝੋਲੀ ਵਿੱਚ ਪੈ ਜਾਂਦਾ ਹੈ। ਸਤਸੰਗੀਓ, ਬਹੁਤ ਲੰਮੇ ਸਮੇਂ ਤੱਕ ਆਪਾਂ ਕੱਪੜਾ ਧੋਈਏ ਨਾ, ਦੇਖੋ ਆਪਾਂ ਰੋਜ਼ ਕੱਪੜਾ ਸਰੀਰ 'ਤੇ ਪਾਉਂਦੇ ਹਾਂ, ਇਹਨੂੰ ਧੋਣਾ ਪੈਂਦਾ ਹੈ 1-2 ਦਿਨ ਬਾਅਦ। ਤੁਸੀਂ ਇੱਕੋ ਕੱਪੜਾ ਬਾਰ-ਬਾਰ ਪਾਈ ਜਾਓ ਅਤੇ ਧੋਵੋ ਨਾ, ਤਾਂ ਉਹਦੇ ਤੰਦੀ ਕਹਿੰਦੇ ਨੇ, ਪੰਜਾਬੀ ਵਿੱਚ ਕਹਿੰਦੇ ਨੇ ਕਿ ਤੰਦੀ ਮੈਲ ਰਚ ਗਈ, ਉਹ ਫਿਰ ਮੈਲ ਨਿਕਲਦੀ ਨਹੀਂ। ਅਤੇ ਇਸੇ ਤਰ੍ਹਾਂ ਜਦੋਂ ਇਨਸਾਨ ਬਹੁਤ ਲੰਮੇ ਸਮੇਂ ਤੱਕ ਕੋਈ ਮਾੜੀ ਸੰਗਤ ਵਿੱਚ ਰਵੇ, ਪਾਪ ਕਰਮ ਕਰਦਾ ਰਵੇ, ਮਾੜਾ ਕਰਦਾ ਰਵੇ, ਚੋਰੀ ਕਰਦਾ ਰਵੇ, ਠੱਗੀ ਕਰਦਾ ਰਵੇ, ਯਾਰੀ ਕਰਦਾ ਰਵੇ, ਬਹੁਤ ਲੰਮੇ ਸਮੇਂ ਤੱਕ ਜਦੋਂ ਪਾਪ ਵਿੱਚ ਇਨਸਾਨ ਜਿਉਂਦਾ ਹੈ ਨਾ, ਤਾਂ ਫਿਰ ਪਾਪ ਉਹਦੀ ਆਦਤ ਬਣ ਜਾਂਦਾ ਹੈ। ਉਹਨੂੰ ਫਿਰ ਪਾਪ ਲੱਗਦਾ ਨਹੀਂ। ਕਿਉਂ? ਕਿਉਂਕਿ ਹੁਣ ਉਹ ਜੀਣ ਲੱਗ ਪਿਆ ਉਹਦੇ ਵਿੱਚ, ਉਹ ਸੋਚਦਾ ਹੈ ਕਿ ਸ਼ਾਇਦ ਇਹੀ ਜ਼ਿੰਦਗੀ ਹੈ। ਅਤੇ ਇਸੇ ਤਰ੍ਹਾਂ ਜਦੋਂ ਬਹੁਤ ਲੰਮੇ ਸਮੇਂ ਤੱਕ ਫਿਰ ਇਨਸਾਨ ਵਿਸ਼ਿਆਂ ਵਿਕਾਰਾਂ ਵਾਲੇ ਦੀ ਸੰਗਤ ਵਿੱਚ ਰਹਿੰਦਾ ਹੈ, ਤਾਂ ਫਿਰ ਉਹ ਮਾੜੀ ਸੰਗਤ ਉਹਦੀ ਆਦਤ ਬਣ ਜਾਂਦੀ ਹੈ। ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਜੋ ਆਪਾਂ ਪੜ੍ਹਦੇ ਸਾਂ, ਦੇਖੋ ਜਿਸ ਤਰ੍ਹਾਂ ਮੈਂ ਵਿਚਾਰ ਕੀਤੀ ਹੈ ਕਿ ਲੰਮੇ ਸਮੇਂ ਤੱਕ ਜਦੋਂ ਕੋਈ ਮਾੜੀ ਸੰਗਤ ਵਿੱਚ ਰਹਿੰਦਾ ਹੈ ਤਾਂ ਉਹ ਰੰਗ ਚੜ੍ਹ ਜਾਂਦਾ ਹੈ। ਇੱਕ ਮੈਨੂੰ ਗਾਥਾ ਯਾਦ ਆਈ, ਭਗਤ ਪ੍ਰਹਿਲਾਦ ਜੀ ਕਹਿੰਦੇ ਨੇ ਕਿ ਇੱਕ ਵਾਰ ਸਮਝਾਉਣ ਦਾ ਤਰੀਕਾ ਹੈ ਰਾਈਟਰਾਂ ਦਾ, ਵਿਦਵਾਨਾਂ ਦਾ, ਕਹਿੰਦੇ ਨੇ ਕਿ ਉਸ ਪ੍ਰਭੂ ਨੂੰ ਬੇਨਤੀ ਕੀਤੀ ਕਿ ਇਹ ਪ੍ਰਭੂ ਵੀ ਮੇਰੀ ਨਗਰੀ ਦੇ ਜਿੰਨੇ ਵੀ ਵਾਸੀ ਨੇ, ਇਹ ਸਾਰੇ ਵੈਕੁੰਠ ਧਾਮ ਵਿੱਚ ਇਹਨਾਂ ਨੂੰ ਵਾਸ ਦਿਓ, ਵੈਕੁੰਠ ਧਾਮ ਵਿੱਚ ਵਾਸ ਦਿਓ। ਠੀਕ ਹੈ, ਕਹਿੰਦੇ ਨੇ ਪ੍ਰਭੂ ਜੀ, ਕਹਿੰਦੇ ਕਿ ਠੀਕ ਹੈ ਭਗਤ ਜੀ, ਪ੍ਰਹਿਲਾਦ ਜੀ, ਠੀਕ ਹੈ, ਪਰ ਤੁਸੀਂ ਪਤਾ ਕਰ ਲਓ ਸਾਰੇ ਵੈਕੁੰਠ ਵਿੱਚ ਵਸਣਾ ਵੀ ਚਾਹੁੰਦੇ ਨੇ। ਕਹਿੰਦੇ ਨੇ ਕਿ ਜਦੋਂ ਇੱਕ ਸੂਅਰ ਤੇ ਨਿਗਾਹ ਮਾਰੀ ਪ੍ਰਹਿਲਾਦ ਜੀ ਨੇ, ਬੜਾ ਤਰਸ ਆਇਆ, ਕਿਉਂਕਿ ਜਿਹੜੇ ਜ਼ਿਆਦਾ ਸੂਖਸ਼ਮ ਬਿਰਤੀ ਵਾਲੇ ਹੋ ਜਾਂਦੇ ਨੇ ਮਹਾਂਪੁਰਖ, ਉਹਨਾਂ ਨੂੰ ਜੀਵ ਜੰਤੂਆਂ 'ਤੇ ਵੀ ਤਰਸ ਆ ਜਾਂਦਾ ਕਿ ਕਿਹੋ ਜਿਹੀ ਜ਼ਿੰਦਗੀ ਜੀਵ ਰਹੇ ਨੇ। ਤਰਸ ਆ ਗਿਆ ਸੂਅਰ 'ਤੇ, ਅਤੇ ਸੂਅਰ ਨੂੰ ਜਾ ਕੇ ਪੁੱਛਦੇ ਨੇ ਵੀ ਇਹ ਸੂਅਰ, ਵੀ ਮੈਂ ਪ੍ਰਭੂ ਦੇ ਕੋਲ ਤੇਰੀ ਫਰਮਾਇਸ਼ ਕੀਤੀ ਹੈ ਵੀ ਤੈਨੂੰ ਬੈਕੁੰਠ ਧਾਮ ਵਿੱਚ, ਇਸ ਨਰਕ ਵਿੱਚੋਂ, ਉਸ ਗੰਦਗੀ ਵਿੱਚੋਂ ਕੱਢ ਕੇ ਵੀ ਤੈਨੂੰ ਬੈਕੁੰਠ ਧਾਮ ਵਿੱਚ ਨਿਵਾਸ ਦਿਵਾਉਣਾ ਹੈ, ਤੈਨੂੰ ਉੱਥੇ ਲੈ ਕੇ ਜਾਣਾ ਹੈ। ਅਤੇ ਕਹਿੰਦੇ ਨੇ ਕਿ ਸੂਅਰ ਨੇ ਜਵਾਬ ਦਿੱਤਾ, ਆਪਣੇ ਖਿਆਲ ਨੇ ਮੰਨਦੇ, ਸੂਅਰ ਜਵਾਬ ਦਿੰਦਾ ਏ, ਆਖਦਾ ਏ ਕਿ ਭਗਤ ਜੀ, ਬੈਕੁੰਠ ਵਿੱਚ ਮੈਲ ਮਿਲੇਗੀ, ਗੰਦਗੀ ਮਿਲੇਗੀ। ਸਤਸੰਗੀਓ, ਇਸੇ ਤਰ੍ਹਾਂ ਕਿਉਂਕਿ ਸੂਅਰ ਦਾ ਜੀਵਨ ਗੰਦਗੀ ਵਿੱਚ ਹੈ, ਗੰਦਗੀ ਖਾਂਦਾ ਹੈ, ਗੰਦਗੀ ਵਿੱਚ ਜਿਉਂਦਾ ਹੈ, ਅਤੇ ਇਸ ਲਈ ਉਹਨੂੰ ਉਹੀ ਆਨੰਦਮਈ ਜ਼ਿੰਦਗੀ ਲੱਗਦੀ ਹੈ, ਉਹੀ ਉਹਨੂੰ ਚੰਗੀ ਲੱਗਦੀ ਹੈ। ਜਦੋਂ ਬਹੁਤ ਲੰਮੇ ਸਮੇਂ ਤੱਕ ਆਪਾਂ ਕੁਸੰਗਤ ਵਿੱਚ ਰਹਿੰਦੇ ਹਾਂ ਤਾਂ ਫਿਰ ਕੁਸੰਗਤ ਸਾਡਾ ਸੁਭਾਅ ਬਣ ਜਾਂਦਾ ਹੈ। ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ, ਆਓ ਪਹਿਲਾਂ ਆਪਾਂ ਇੱਕ ਸ਼ਬਦ ਉਚਾਰਨ ਕਰਦੇ ਹਾਂ, ਫਿਰ ਇਸ ਸ਼ਬਦ ਦੀ ਆਪਾਂ ਵਿਆਖਿਆ ਸ਼ੁਰੂ ਕਰਦੇ ਹਾਂ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ ਮੇਰੇ ਮਾਧੋ ਜੀ।
सत संगत मिले सो तरिया मेरे माधो जी। सत संगत मिले सो तरिया मेरे माधो जी। गुर प्रसाद परम पद पाया, गुर प्रसाद परम पद पाया, गुर प्रसाद परम पद पाया, गुर प्रसाद परम पद पाया। सूके कासट हरिया मेरे माधो जी। सत संगत मिले सो तरिया मेरे माधो जी। सत संगत मिले सो तरिया मेरे माधो जी। सत संगत मिले सो तरिया मेरे माधो जी। दो पंक्तियां होर उच्चारण करो गुरु प्यारिओ रल के। बिरथा जन्म गवाया इस मन अंधले ने। बिरथा जन्म गवाया इस मन अंधले ने। जपो बिरथा जन्म गवाया इस मन अंधले ने। बिरथा जन्म गवाया इस मन अंधले ने। मन सतसंग विच ना लाया इस मन अंधले ने। दिल सतसंग विच ना लाया इस मन अंधले ने। बिरथा जन्म गवाया इस मन अंधले ने। बिरथा जन्म गवाया इस मन अंधले ने। हाँ सतसंगियो, मन सतसंग विच ना लाया। सतसंग विच मन नहीं टिकदा। ते सतगुर रविदास महाराज दे जो पावन पितर शब्द आपां उच्चारण कीता है। सतगुरु शुरुआत करते ने शब्द दी, तुम चंदन हम अरिंड बापुरे संग तुम्हारे बासा। नीच रूख ते ऊच भए हैं गंध सुगंध निवासा। कि ऐ प्रभु जी तुसी एक चंदन दी न्याई हो, सब नूं खुशबू देण वाले, खुशबू वंडण वाले। तुम चंदन हम अरिंड बापुरे। अरिंड दा जो दरख्त है ना, पत्ते काफ़ी चौड़े हुंदे ने पर इहदी कोई छां नहीं हुंदी। ते इहदी जो लकड़ हुंदी है वो भी किसी अर्थ नहीं आउंदी। पर ये बांस दे नालों बेहतर है, क्योंकि एक बांस का भी जिक्र आउंदा है। क्योंकि जिहड़ा बांस है ना, वो बेशक चंदन दे कहंदे लागे भी होवे, वो कदे भी चंदन की खुशबू दे विच आउंदी नहीं, वो खुशबू अपने अंदर समाउंदा नहीं। पर जिहड़ा अरिंड है ना, इहदे विच एक फेर भी खासियत है। इहदे विच जे चंदन दे लागे होवे अपने अंदर खुशबू ये लै लैंदा है। तुम चंदन हम अरिंड बापुरे संग तुम्हारे वासा। नीच रूख ते ऊच पए हैं गंध सुगंध। इत्थे गंध ते सुगंध का जिक्र है। देखो गंध एक हुंदी है दुर्गंध, जिन्हों बदबू कहते हैं, भैड़ी समैल। एक गंध हुंदी है जिहड़ी ना भैड़ी समैल होवे ते ना ही खुशबू होवे, उहनूं कहंदे आ गंध। ते जिहड़ा अरिंड दा दरख्त हुंदा है, इहदी जिहड़ी समैल है वो गंध है, बाहली बुरी भी नहीं ते बहुत अच्छी भी नहीं। ते जिहड़ा चंदन है उहदे विच हुंदी है सुगंधी, वो सुगंध है। ते सतगुर आखदे ने कि नीच रूख ते ऊच पए हैं गंध सुगंध निवासा। जिहड़ी अरिंड दे दरख्त विच गंध सी, वो हुण कन्वर्ट हो के सुगंध विच बदल गई है। उहने चंदन दे दरख्त की सुगंध अपने अंदर लै ली है। चलो ये तो असीं सतगुरां ने एग्जैम्पल दित्ती। इहदे हुण जो अर्थ ने कि परिपूर्ण परमात्मा तुसीं खुशबू दे भंडार हो, गुणां दे भंडार हो, हर वेले गुण वंड रहे हो, गुण दे रहे हो। तुम चंदन हम अरिंड बापुरे संग तुम्हारे वासा। संग तुम्हारे वासा, देखो भेद देखो इस गल विच। क्योंकि जिहड़ा इंसान है ये उस परिपूर्ण परमात्मा की अंश है, उहदे विच ही जींदा है, उहदे नाल ही रहिंदा है। क्योंकि इहदे अंदर ही तो है, वो अलग थोड़ी है। जिहड़ी गुरमत है ना, गुरु ग्रंथ साहब कह लो, जां फिर सतगुर रविदास, सतगुर कबीर,
ਬਾਬਾ ਫਰੀਦ ਜੀ, ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੀ ਪਰਮਾਤਮਾ ਦੀ ਡੈਫੀਨੇਸ਼ਨ ਬਣਾਈ ਗਈ ਸੀ ਨਾ, ਉਹ ਬੜੀ ਅਲੱਗ ਸੀ। ਚਾਹੇ ਉਹ ਸਨਾਤਨ ਧਰਮ ਸੀ, ਹਿੰਦੂ ਧਰਮ ਸੀ, ਚਾਹੇ ਉਹ ਮੁਸਲਮਾਨ ਧਰਮ ਸੀ। ਤੇ ਪਰਮਾਤਮਾ ਬਾਰੇ ਬੜੇ ਅਜੀਬੋ ਗਰੀਬ ਲੋਕਾਂ ਦੇ ਵਿੱਚ ਭਰਮ ਪਾ ਦਿੱਤੇ ਸੀ ਕਿ ਪਰਮਾਤਮਾ, ਮੁਸਲਮਾਨ ਕਹਿੰਦੇ ਨੇ ਕਿ ਉਹ ਦੁਨੀਆ ਤੋਂ ਵੱਖ ਜਾ ਕੇ ਕਿਤੇ 7ਵੇਂ ਅਸਮਾਨ 'ਤੇ ਉਹਦਾ ਵਾਸਾ ਹੈ, ਸੰਸਾਰ ਵਿੱਚ ਨਹੀਂ ਰਹਿੰਦਾ। ਤੇ ਹਿੰਦੂ ਧਰਮ ਵਿੱਚ ਉਹ ਤਾਂ ਦੇਵੀ ਦੇਵਤਿਆਂ ਤੋਂ ਅੱਗੇ ਦੇਖਦਾ ਹੀ ਨਹੀਂ, ਉਹ ਤਾਂ ਸੱਚ ਨੂੰ ਸਮਝਦਾ ਹੀ ਨਹੀਂ। ਇਸ ਲਈ ਸਤਿਗੁਰ ਆਖਦੇ ਨੇ ਕਿ ਹਿੰਦੂ ਅੰਨਾ ਤੁਰਕੂ ਕਾਣਾ, ਦੋਹੋਂ ਤੇ ਗਿਆਨੀ ਸਿਆਣਾ। ਗਿਆਨੀ ਇੱਥੇ ਇਹ ਨਹੀਂ ਵੀ ਮਤਲਬ ਜਿਹਨੇ ਦਾੜੀ ਕੇਸ ਰੱਖੀ ਹੈ, ਗਿਆਨੀ ਦਾ ਮਤਲਬ ਹੁੰਦਾ ਹੈ ਜਿਹੜਾ ਗਿਆਨਵਾਨ ਹੈ, ਜਿਹੜਾ ਸਮਝ ਰੱਖਦਾ ਹੈ ਸੱਚ ਦੀ। ਹਿੰਦੂ ਅੰਨਾ, ਕਿਉਂਕਿ ਹਿੰਦੂ ਨੇ ਜਿਹੜੀ ਡੈਫੀਨੇਸ਼ਨ ਪਰਮਾਤਮਾ ਦੀ ਲੋਕਾਂ ਦੇ ਅੱਗੇ ਘੜ ਕੇ ਰੱਖ ਦਿੱਤੀ, ਉਹ ਇਹ ਸੀ ਕਿ ਪਰਮਾਤਮਾ ਸਿਰਫ ਮੂਰਤੀਆਂ ਦੇ ਵਿੱਚ ਕੇਂਦਰਿਤ ਹੈ। ਮੂਰਤੀਆਂ ਦੀ ਪੂਜਾ ਕਰਨੀ, ਮੂਰਤੀਆਂ ਨੂੰ ਪੂਜਣਾ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨੇ। ਬ੍ਰਹਮਾ ਵਿਸ਼ਨੂੰ ਮਹੇਸ਼ ਇਹੀ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ, ਇਹੀ ਪਾਲਦੇ ਨੇ, ਇਹੀ ਚਲਾਉਂਦੇ ਨੇ। ਇੱਥੇ ਤੱਕ ਲੋਕਾਂ ਦੀ ਸੀਮਤ ਕਰ ਦਿੱਤੀ ਸੀ ਸੋਚ। ਇਹ ਤੋਂ ਅੱਗੇ ਜੋ ਪਾਰ ਬ੍ਰਹਮ ਹੈ ਉਹਦੇ ਬਾਰੇ ਕੋਈ ਵਿਚਾਰ ਨਹੀਂ ਦਿੱਤੀ। ਤੇ ਹਿੰਦੂ ਅੰਨਾ ਤੁਰਕੂ ਕਾਣਾ, ਜਿਹੜਾ ਮੁਸਲਮਾਨ ਹੈ ਨਾ, ਤੁਰਕ ਹੈ, ਉਹਨੂੰ ਅੰਨਾ ਨਹੀਂ ਕਿਹਾ ਸਤਿਗੁਰਾਂ ਨੇ, ਉਹਨੂੰ ਕਾਣਾ ਕਿਹਾ ਹੈ। ਤੇ ਜਿਹੜਾ ਕਾਣਾ ਹੁੰਦਾ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਦਿਸਦਾ ਨਹੀਂ, ਦਿਸਦਾ ਹੁੰਦਾ ਹੈ, ਇੱਕ ਅੱਖ ਤੋਂ ਦਿਸਦਾ ਹੁੰਦਾ ਹੈ। ਉਹਨੂੰ ਅੰਨਾ ਨਹੀਂ ਕਿਹਾ, ਕਹਿੰਦੇ ਕਾਣਾ ਹੈ। ਸੱਚਾਈ ਤਾਂ ਦੇਖਦਾ ਹੈ ਪਰ ਪ੍ਰੋਪਰ ਨਹੀਂ ਦੇਖਦਾ। ਜਿੱਦਾਂ ਉਹ ਆਪਾਂ ਵੀ ਜਿੱਦਾਂ ਇੱਕੋ ਹੀ ਰੱਬ ਨੂੰ ਮੰਨਦੇ ਹਾਂ ਕਿ ਇੱਕ ਓਂਕਾਰ ਹੈ, ਇੱਦਾਂ ਮੁਸਲਮਾਨ ਵੀ ਕਹਿੰਦੇ ਨੇ ਕਿ ਇੱਕੋ ਹੀ ਅੱਲਾ ਹੈ। ਪਰ ਉਹ ਕਿਤੇ ਨਾ ਕਿਤੇ ਆ ਕੇ ਫਿਰ ਵੀ ਇਹ ਕਹਿ ਦਿੰਦੇ ਨੇ ਕਿ ਉਹ ਸੰਸਾਰ ਵਿੱਚ ਨਹੀਂ ਹੈ, 7ਵੇਂ ਅਸਮਾਨ 'ਤੇ ਹੈ। ਪਰ ਜਦੋਂ ਗੁਰਮਤ ਆਈ, ਸਤਿਗੁਰ ਨੇ ਇਹ ਜੋ ਪਰਮਾਤਮਾ ਅਤੇ ਇਨਸਾਨ ਦੇ ਵਿਚਕਾਰ ਐਵੇਂ ਵਾਧੂ ਦੀਆਂ ਦੂਰੀਆਂ ਪਾਈਆਂ ਹੋਈਆਂ ਸੀ, ਇਹਨੂੰ ਖਤਮ ਕਰ ਦਿੱਤਾ। ਕਹਿੰਦੇ ਨੇ ਕਿ ਕਿਹੜੇ ਪਰਮਾਤਮਾ ਦੀ ਭਾਲ ਕਰਦੇ ਫਿਰਦੇ ਹੋ, ਕਿਹੜੇ ਪਰਮਾਤਮਾ ਨੂੰ, ਕਿਹੜੇ ਪ੍ਰਭੂ ਨੂੰ, ਕਿਹੜੇ ਪਰਮੇਸ਼ਰ ਨੂੰ ਤੁਸੀਂ ਲੱਭਣ ਨੂੰ ਫਿਰਦੇ ਹੋ? ਤਾਂ ਤੁਹਾਡੇ ਅੰਦਰ ਹੈ। ਦੇਖੋ, ਆਪਣੇ ਆਪ ਨੂੰ ਮਿਲਣਾ ਹੀ ਪਰਮਾਤਮਾ ਨੂੰ ਮਿਲਣਾ ਹੈ, ਆਪਣੇ ਆਪ ਦੇ ਨਾਲ ਬੈਠਣਾ ਹੀ ਪਰਮਾਤਮਾ ਦੇ ਨਾਲ ਬੈਠਣਾ ਹੈ। ਤੇ ਸਤਿਗੁਰ ਇਹੀ ਆਖਦੇ ਨੇ ਕਿ ਤੁਮ ਚੰਦਨ ਹਮ ਅਰਿੰਡ ਬਾਪੁਰੇ ਸੰਗ ਤੁਮਾਰੇ ਵਾਸਾ। ਸਾਡਾ ਵਾਸਾ ਤੇਰੇ ਨਾਲ ਹੀ ਹੈ, ਤੂੰ ਸਾਡੇ ਅੰਦਰ ਹੀ ਹੈ, ਤੇਰੇ ਵਿੱਚ ਹੀ ਰਹਿੰਦੇ ਹਾਂ। ਤੁਮ ਚੰਦਨ ਹਮ ਅਰਿੰਡ ਬਾਪੁਰੇ ਸੰਗ ਤੁਮਾਰੇ ਵਾਸਾ। ਪਰ ਜਦੋਂ ਫਿਰ ਇਹ ਵਾਸਾ ਇਨਸਾਨ ਮਹਿਸੂਸ ਕਰ ਲੈਂਦਾ ਏ, ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰ ਲੈਂਦਾ ਏ, ਉਹਦੇ ਨਿਯਮਾਂ ਨੂੰ, ਉਹਦੇ ਹੁਕਮ ਨੂੰ ਸਮਝ ਲੈਂਦਾ ਏ, ਉਹਦੇ ਵਿੱਚ ਜਿਉਣ ਲੱਗ ਪੈਂਦਾ ਏ, ਤਾਂ ਫਿਰ ਕੀ ਹੁੰਦਾ ਏ? ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਹੁਣ ਜਿਹੜੀ ਸਾਡੀ ਸੰਗਤ ਵਿਕਾਰਾਂ ਵਿੱਚ ਸੀ, ਨੀਚ ਸੰਗਤ ਸੀ, ਜਿਹੜੀ ਨੀਚ ਸੰਗਤ ਸੀ, ਉਹ ਹੁਣ ਖਤਮ ਹੋ ਗਈ ਹੈ। ਤੇ ਹੁਣ ਪ੍ਰਭੂ ਦੇ ਗੁਣਾਂ ਦੀ ਐਸੀ ਸੁਗੰਧੀ ਭਰ ਗਈ ਹੈ ਕਿ ਹੁਣ ਅਸੀਂ ਨੀਵਿਆਂ ਤੋਂ ਉੱਚੇ ਹੋ ਗਏ ਹਾਂ, ਨੀਵਿਆਂ ਤੋਂ ਉੱਚੇ ਹੋ ਗਏ ਹਾਂ। ਦੂਸਰੇ ਅਰਥਾਂ ਦੇ ਵਿੱਚ ਆਪਾਂ ਉਸ ਸਮੇਂ ਦੇ ਵੀ, ਜੋ ਉਸ ਸਮੇਂ ਦਾ ਸਿਸਟਮ ਸੀ, ਉਹਦੇ ਵੀ ਅਰਥ ਇਸ 'ਤੇ ਲਗਾ ਸਕਦੇ ਹਾਂ ਕਿ ਜਿਸ ਤਰ੍ਹਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਚਮਾਰ ਚਮਾਰ ਕਹਿ ਕੇ ਲੋਕ ਚਿੜਾਉਂਦੇ ਸਨ, ਨੀਵੀਂ ਜਾਤ ਦਾ ਸਮਝਦੇ ਸਨ, ਲਾਗੇ ਨਹੀਂ ਸਨ ਬਹਿੰਦੇ। ਪਰ ਸਤਿਗੁਰ ਆਖਦੇ ਨੇ ਕਿ ਜਦੋਂ ਦਾ ਅਸੀਂ ਇਹ ਪਰਿਪੂਰਨ ਪਰਮਾਤਮਾ ਤੈਨੂੰ ਪਛਾਣਿਆ ਹੈ, ਤੇਰੇ ਨਾਲ ਸੰਗ ਕੀਤਾ ਹੈ, ਤੇਰੇ ਹੋਏ ਆ, ਤੈਨੂੰ ਸਮਝਿਆ ਹੈ, ਹੁਣ ਅਸੀਂ ਨੀਚ ਨਹੀਂ ਰਹੇ। ਇਹ ਵੱਡੇ ਵੱਡੇ ਰਾਜੇ ਮਹਾਰਾਜੇ ਸਾਡੇ ਅੱਗੇ ਲਿਟ ਲਿਟ ਕੇ ਡੰਡੌਤਾਂ ਕਰਦੇ ਨੇ, ਅਸੀਂ ਊਚ ਹੋ ਗਏ ਹਾਂ। ਕਿਉਂ? ਕਿਉਂਕਿ ਤੇਰੇ ਨਾਮ ਦੀ ਸੁਗੰਧੀ ਸਾਡੇ ਅੰਦਰ ਪ੍ਰਵੇਸ਼ ਕਰ ਗਈ ਹੈ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਨ ਤੁਮ ਉਪਕਾਰੀ। ਹੁਣ ਸਤਸੰਗ ਹੈ ਕੀ? ਇੱਥੇ ਆਪਾਂ ਥੋੜ੍ਹਾ ਚਿਰ ਰੁਕਣਾ ਹੈ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਜਿਹੜਾ ਸਤ ਸੰਗਤ ਦਾ ਅੱਜ ਤੱਕ ਸਾਨੂੰ ਰੂਪ ਸਮਝਾਇਆ ਗਿਆ ਹੈ ਜਾਂ ਪਤਾ ਹੈ, ਉਹ ਇੱਕੋ ਹੀ ਰੂਪ ਪਤਾ ਹੈ। ਜਿਸ ਤਰ੍ਹਾਂ ਤੁਸੀਂ ਬੈਠੇ ਹੋ, ਕੀਰਤਨ ਕਥਾ ਸਰਵਣ ਕਰ ਰਹੇ ਹੋ, ਆਪਾਂ ਸੋਚਦੇ ਹਾਂ ਵੀ ਇਹੀ ਸਤਸੰਗ ਹੈ। ਇਹ ਤਾਂ ਸਿਰਫ ਇੱਕ ਰੂਪ ਹੈ ਸਤਸੰਗ ਦਾ, ਸਿਰਫ ਇਹੀ ਸਤਸੰਗ ਨਹੀਂ। ਪਹਿਲਾਂ ਤਾਂ ਇਹਦੇ ਅੱਖਰੀ ਅਰਥ ਦੇਖੋ, ਸਤਸੰਗ ਭਾਵ ਸੱਚ ਦਾ ਸੰਗ, ਸੱਚ ਦੀ ਸੰਗਤ, ਸੱਚ ਦੀ ਸੰਗਤ।
ਹੁਣ ਸੱਚ ਦੀ ਸੰਗਤ ਤਾਂ ਬਹੁਤ ਰੂਪਾਂ ਦੇ ਵਿੱਚ ਹੋ ਸਕਦੀ ਹੈ। ਅੱਜ ਦਾ ਤੁਸੀਂ ਬੈਠੇ ਹੋ, ਇੱਕ ਵਾਰ ਮੈਂ ਫੇਰ ਦੁਹਰਾ ਦਿਆਂ, ਇਹ ਸਤ ਸੰਗ ਦਾ ਇੱਕ ਰੂਪ ਹੈ। ਇਹੀ ਨਹੀਂ ਵੀ ਇਕੱਲੀ ਇਹੀ ਸਤ ਸੰਗ ਹੈ, ਇਹ ਤਾਂ ਸਿਰਫ ਇੱਕ ਰੂਪ ਹੈ। ਕੋਈ ਇਨਸਾਨ, ਕੋਈ ਵੀ ਜਿਹੜਾ ਸੱਚ ਦੇ ਨਾਲ ਜਿਉਂਦਾ ਹੈ, ਕੋਈ ਬੁਰਾ ਕਰਮ ਕਰਦਾ ਨਹੀਂ, ਕਿਸੇ ਦਾ ਬੁਰਾ ਸੋਚਦਾ ਨਹੀਂ, ਕਦੇ ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਨਾਲ ਨਜਾਇਜ਼ ਨਹੀਂ ਕਰਦਾ, ਕਦੇ ਝੂਠ ਨਹੀਂ ਬੋਲਦਾ, ਉਹ ਵੀ ਹਰ ਵੇਲੇ ਸਤ ਹੀ ਸੰਗ ਕਰ ਰਿਹਾ ਹੈ। ਉਹ ਵੀ ਸਤ ਹੀ ਸੰਗ ਕਰ ਰਿਹਾ ਹੈ। ਜੇਕਰ ਆਪਾਂ ਆਹ ਰੂਪ ਨੂੰ ਹੀ ਸਤ ਸੰਗ ਮੰਨ ਲਈਏ ਵੀ ਇਹੀ ਸਤ ਸੰਗ ਹੈ, ਤੇ ਸਤ ਸੰਗੀਓ ਫਿਰ ਹੁਣ ਸਾਰੇ ਤਾਂ ਇਹ ਕਰ ਨਹੀਂ ਸਕਦੇ, ਸਾਰੇ ਤਾਂ ਆ ਨਹੀਂ ਸਕਦੇ ਸਤਸੰਗ ਵਿੱਚ। ਤੇ ਨਾਲੇ ਦੂਸਰਾ ਫਿਰ ਜਿਸ ਤਰ੍ਹਾਂ ਹੁਣ ਸਾਡੇ ਵਰਗੇ ਕੀਰਤਨ ਕਥਾ ਕਰਨ ਵਾਲੇ ਨੇ, ਇਹ ਤਾਂ ਹਰ ਵੇਲੇ ਹਰ ਰੋਜ਼ ਹੀ ਸਤਸੰਗ ਵਿੱਚ ਰਹਿੰਦੇ ਨੇ। ਇਹਨਾਂ ਜਿੰਨਾ ਸਤਸੰਗ ਕੌਣ ਕਰ ਸਕਦਾ ਸਾਡੇ ਜਿੰਨਾ। ਫਿਰ ਪਰ ਤੁਸੀਂ ਦੇਖੋ ਸਾਰੀ ਉਮਰ ਸਾਡੇ ਵਰਗਿਆਂ ਦੀ ਗੁਰਦੁਆਰਿਆਂ ਵਿੱਚ ਲੰਘ ਜਾਂਦੀ ਹੈ। ਰਹਿੰਦੇ ਵੀ ਗੁਰਦੁਆਰੇ ਆ, ਜੀਂਦੇ ਵੀ ਗੁਰਦੁਆਰੇ ਆ, ਖਾਂਦੇ ਪੀਂਦੇ ਵੀ ਗੁਰਦੁਆਰੇ ਆ, ਬਾਣੀ ਵੀ ਮਹਾਰਾਜ ਦਾ ਸਰੂਪ ਵੀ 2 ਟਾਈਮ ਸਿਰ 'ਤੇ ਚੁੱਕਦੇ ਆ, ਪਰ ਜ਼ਿੰਦਗੀ ਵਿੱਚ ਕੁਛ ਬਦਲਦਾ ਨਹੀਂ, ਕਿਸੇ ਵੀ ਚੀਜ਼ 'ਤੇ ਕੰਟਰੋਲ ਨਹੀਂ ਹੁੰਦਾ, ਅਕਲ ਨਹੀਂ ਆਉਂਦੀ ਸਾਰੀ ਜ਼ਿੰਦਗੀ। ਹਰ ਵੇਲੇ ਸਤਸੰਗ ਵਿੱਚ ਰਹਿੰਦੇ ਆ, ਅਕਲ ਨਹੀਂ ਆਉਂਦੀ। ਜਿਸ ਤਰ੍ਹਾਂ ਮੈਂ ਸ਼ੁਰੂਆਤ ਜਿੱਥੋਂ ਕੀਤੀ ਸੀ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਕਿਉਂ? ਕਿਉਂਕਿ ਸ਼ਬਦ ਨੂੰ ਸਮਝਦੇ ਨਹੀਂ, ਸ਼ਬਦ ਨੂੰ ਢਾਲਦੇ ਨਹੀਂ। ਇੱਕ ਆਪਾਂ ਸ਼ਬਦ ਉਚਾਰਦੇ ਹੁੰਦੇ ਆ ਕਿ ਕਲ ਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਇਹਦੇ ਵੀ ਅਰਥ ਸਮਝਣੇ ਜ਼ਰੂਰੀ ਨੇ। ਹੁਣ ਕਲ ਯੁੱਗ ਮੈਂ ਕੀਰਤਨ ਪ੍ਰਧਾਨਾ, ਕੀਰਤਨ ਇੱਕ ਤਾਂ ਹੁਣ ਆਏ ਜਿਸ ਤਰ੍ਹਾਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਦੇ ਅੱਖਰੀ ਅਰਥ ਹੁੰਦੇ ਨੇ ਕਿ ਉਸ ਪਰਿਪੂਰਨ ਪਰਮਾਤਮਾ ਦੀ ਕੀਰਤੀ ਕਰਨੀ, ਉਹਦੇ ਗੁਣ ਗਾਉਣੇ, ਉਹਦੇ ਗੁਣ ਗਾਉਣੇ। ਹੁਣ ਸਾਰੇ ਤਾਂ ਤੁਸੀਂ ਕੀਰਤਨ ਕਰ ਨਹੀਂ ਸਕਦੇ ਜੇ ਇਸ ਰੂਪ ਨਾਲ। ਹੁਣ ਸਾਰਿਆਂ ਨੂੰ ਤਾਂ ਸੰਗੀਤ ਬਾਰੇ ਨੌਲੇਜ ਨਹੀਂ ਹੈ, ਸਾਰੇ ਹਾਰਮੋਨੀਅਮ ਬਾਜਾ ਤਬਲਾ ਨਹੀਂ ਵਜਾ ਸਕਦੇ, ਪਰ ਸਤਿਗੁਰ ਆਖਦੇ ਨੇ ਕਿ ਕਲਯੁੱਗ ਮੈਂ ਕੀਰਤਨ ਪ੍ਰਧਾਨਾ। ਹੁਣ ਕਈ ਸਾਧੂ ਸਾਨੂੰ ਦੱਸਦੇ ਨੇ, ਕਈ ਸੰਤ ਦੱਸਦੇ ਨੇ, ਇਹ ਤਾਂ ਜੀ 100 ਸਾਲ ਦੀ ਭਗਤੀ ਹੋਵੇ ਤਾਂ ਜਾ ਕੇ ਕੀਰਤਨ ਦੀ ਦਾਤ ਮਿਲਦੀ ਹੈ, ਕੀਰਤਨ ਦੀ ਦਾਤ। ਹੁਣ ਸਾਰੇ ਤਾਂ ਸੰਗੀਤ ਦੇ ਜਾਣਕਾਰ ਨਹੀਂ ਹੁੰਦੇ। ਇਹ ਦਰਅਸਲ ਇਹ ਹੈ, ਜਿਸ ਤਰ੍ਹਾਂ ਸਤਿਗੁਰ ਆਖਦੇ ਨੇ ਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਭਾਵ ਉਸ ਹਰ ਇੱਕ ਇਨਸਾਨ ਆਪਣੇ ਮਨ ਦੇ ਵਿੱਚ ਜਦੋਂ ਸੱਚ ਦੇ ਨਾਲ ਜੁੜਦਾ ਹੈ, ਸੱਚ ਦੀ ਵਿਚਾਰ 24 ਘੰਟੇ ਅੰਦਰ ਚੱਲਦੀ ਰਹਿੰਦੀ ਹੈ, ਮਹਾਰਾਜ ਦੀ ਬਾਣੀ ਦਾ ਕੋਈ ਨਾ ਕੋਈ ਸ਼ਬਦ ਅੰਦਰ ਚੱਲਦਾ ਰਹਿੰਦਾ ਹੈ, ਵਿਚਾਰ ਚੱਲਦੀ ਰਹਿੰਦੀ ਹੈ, ਉਹ ਇਨਸਾਨ ਕੀਰਤਨ ਹੀ ਕਰ ਰਿਹਾ ਹੈ। ਇਹੀ ਕੀਰਤਨ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨ ਦਾ ਮਤਲਬ ਇਹੀ ਹੈ, ਹੋਰ ਸਿਰਫ ਆਹ ਨਹੀਂ, ਕਿਉਂਕਿ ਇਹ ਕੀਰਤਨ ਸਾਰੇ ਨਹੀਂ ਕਰ ਸਕਦੇ। ਇਹ ਤਾਂ ਕੋਈ ਬਾਜਾ ਸਿੱਖੇਗਾ, ਕਿਸੇ ਉਸਤਾਦ ਦੇ ਕੋਲ ਜਾਏਗਾ, ਫਿਰ ਇਹ ਕਰ ਸਕਦਾ ਹੈ। ਪਰ ਜਿਹੜਾ ਉਹ ਕੀਰਤਨ ਮਹਾਰਾਜ ਕਹਿੰਦੇ ਨੇ ਉਹ ਹੈ ਕੀਰਤੀ, ਉਹ ਤੁਹਾਡੇ ਅੰਦਰ ਸ਼ਬਦ ਚੱਲਦਾ ਰਹਿੰਦਾ ਹੈ, ਉਹੀ ਕੀਰਤਨ ਹੈ। ਤੇ ਸਤਿਗੁਰ ਆਖਦੇ ਨੇ ਕਿ ਮਾਧੋ ਸਤ ਸੰਗਤ ਸਰਨ ਤੁਮਾਰੀ। ਸਤ ਸੰਗਤ ਇਹ ਇੱਕ ਰੂਪ ਹੈ। ਕੋਈ ਇਨਸਾਨ ਸੱਚ ਦੇ ਨਾਲ ਜੁੜਿਆ ਏ, ਆਪਣੇ ਕੰਮ ਵਿੱਚ ਬੇਈਮਾਨੀ ਨਹੀਂ ਕਰਦਾ, ਉਹ ਸਤ ਸੰਗੀ ਹੈ, ਉਹ ਸਤ ਸੰਗ ਦੇ ਵਿੱਚ ਜੀ ਰਿਹਾ ਏ। ਹੁਣ ਸਤ ਸੰਗ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ, ਘਰ ਬੈਠੇ ਵੀ ਕਰ ਸਕਦੇ ਹੋ। ਆਪਾਂ ਟੀਵੀ ਤੋਂ ਵੀ ਸਤਸੰਗ ਕਰ ਲੈਂਦੇ ਹਾਂ, ਫੋਨ ਤੋਂ ਵੀ ਕਰ ਲੈਂਦੇ ਹਾਂ। ਸੱਚ ਨੂੰ ਸੁਣਨਾ, ਸੱਚ ਦੇ ਵਿੱਚ ਜਿਉਣਾ, ਸੱਚ ਨੂੰ ਸਮਝਣਾ, ਇਹੀ ਸਤਸੰਗ ਹੈ, ਇਹੀ ਸਤਸੰਗ ਹੈ ਸਤਸੰਗੀਓ। ਤੇ ਸਤਿਗੁਰ ਰਵਿਦਾਸ ਮਹਾਰਾਜ ਵੀ ਇਸ ਗੱਲ ਤੇ ਮੋਹਰ ਲਾਉਂਦੇ ਨੇ ਕਿ ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਹੁਣ ਸ਼ਰਨ ਤੁਮਾਰੀ ਦਾ ਕੀ ਮਤਲਬ ਹੈ? ਭਾਵ ਆਪਾਂ ਇਹੀ ਕਹਿੰਦੇ ਹਾਂ ਕਿ ਜਦੋਂ ਆਪਾਂ ਕੋਈ ਨੋਰਮਲ ਗੱਲ ਕਰਦੇ ਹਾਂ, ਜੀ ਮੈਂ ਤਾਂ ਤੁਹਾਡੀ ਸ਼ਰਨ ਆ ਗਿਆ, ਭਾਵ ਤੁਹਾਡੇ ਹੁਕਮ ਵਿੱਚ ਆ ਗਿਆ, ਤੁਹਾਡੇ ਕਹਿਣੇ ਵਿੱਚ ਚੱਲਾਂਗਾ। ਇਹਦਾ ਇਹ ਮਤਲਬ ਹੈ ਕਿ ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਤੇਰੀ ਸ਼ਰਨ ਵਿੱਚ ਰਹਿਣਾ, ਤੇਰੇ ਹੁਕਮ ਵਿੱਚ ਰਹਿਣਾ, ਤੇਰੀ ਆਗਿਆ ਮੰਨ ਕੇ ਰਹਿਣਾ, ਇਹੀ ਸਤਸੰਗ ਹੈ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਤੇਰੇ ਹੁਕਮ ਵਿੱਚ ਰਹਿਣਾ, ਤੇਰੇ ਬਾਣੀ ਨੂੰ ਸਮਝ ਕੇ ਜਿਉਣਾ, ਇਹੀ ਸਤਸੰਗ ਹੈ। ਹਮ ਔਗਣ ਤੁਮ ਉਪਕਾਰੀ। ਐ ਮਾਧੋ, ਐ ਪਰਿਪੂਰਨ ਪਰਮਾਤਮਾ, ਜੇਕਰ ਮੈਂ ਆਪਣੇ ਵੱਲ ਵੇਖਾਂ ਮੇਰੇ ਵਿੱਚ ਤਾਂ ਔਗਣ ਹੀ ਔਗਣ ਨੇ। ਹਮ ਔਗਣ ਤੁਮ ਉਪਕਾਰੀ,
ਪਰ ਤੂੰ ਉਪਕਾਰੀ ਹੈ, ਤੂੰ ਉਪਕਾਰ ਕਰਨ ਵਾਲਾ ਹੈ, ਤੂੰ ਮੇਰੇ ਔਗਣਾਂ ਨੂੰ ਨਹੀਂ ਚਿਤਾਰਦਾ। ਦੇਖੋ ਆਮ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਨਾ, ਸਾਨੂੰ ਕਿਸੇ ਦੀ ਕੋਈ ਇੱਕ ਮਾੜੀ ਗੱਲ ਪਤਾ ਲੱਗ ਜਾਏ ਨਾ, ਕੋਈ ਔਗਣ ਪਤਾ ਲੱਗ ਜਾਏ, ਅਸੀਂ ਪੂਰੀ ਬਾਹ ਲਾਉਂਦੇ ਹਾਂ ਬਈ ਕੋਈ ਇਹੋ ਜਿਹਾ ਕੰਨ ਹੋਵੇ ਨਾ ਜਿੱਥੇ ਤੱਕ ਮੈਂ ਇਹ ਗੱਲ ਨਾ ਪਹੁੰਚਾਵਾਂ। ਫੋਨਾਂ 'ਤੇ ਗਰੁੱਪ ਬਣਾਏ ਹੋਏ ਨੇ, ਜਾਂ ਫੋਨ ਕਰ ਕਰਕੇ ਆਪਾਂ ਸਾਰੇ ਹੀ ਪਾਸੇ ਉਹ ਕੋਈ ਇੱਕ ਅੱਧੀ ਗੱਲ ਪਤਾ ਲੱਗ ਗਈ, ਉਹ ਪਤਾ ਨਹੀਂ ਸੱਚੀ ਹੋਵੇ ਜਾਂ ਝੂਠੀ ਹੋਵੇ, ਤਾਂ ਹਲੇ ਪਤਾ ਨਹੀਂ ਹੁੰਦਾ, ਅਸੀਂ ਸਾਰੇ ਪਾਸੇ ਫੈਲਾ ਦਿੰਦੇ ਹਾਂ। ਪਰ ਦੇਖੋ ਪਰਿਪੂਰਨ ਪਰਮਾਤਮਾ ਕਿੱਡਾ ਉਹਦਾ ਜਿਗਰਾ ਏ, ਉਹ ਹਰ ਇੱਕ ਦੇ ਔਗਣ 24 ਘੰਟੇ ਦੇਖ ਰਿਹਾ ਏ। ਅਨਕ ਵਿਕਾਰ ਕਮਾਵੇ ਪਰਦੇ ਮੈਂ, ਹਰ ਇੱਕ ਇਨਸਾਨ ਪਰਦੇ ਵਿੱਚ ਅਨੇਕਾਂ ਤਰ੍ਹਾਂ ਦੇ ਵਿਕਾਰ ਕਰਦਾ ਏ, ਮਾੜੇ ਕਰਮ ਕਰਦਾ ਏ। ਉਹ ਪਰਿਪੂਰਨ ਪਰਮਾਤਮਾ ਹਰ ਵੇਲੇ ਵੇਖ ਰਿਹਾ ਏ, ਪਰ ਫਿਰ ਵੀ ਉਹ ਕਿਸੇ ਨੂੰ ਸ਼ੋਅ ਨਹੀਂ ਕਰਦਾ, ਫਿਰ ਵੀ ਉਹ ਕਿਸੇ ਨੂੰ ਸ਼ੋਅ ਨਹੀਂ ਕਰਦਾ। ਕਿਉਂ? ਉਹਦਾ ਜਿਗਰਾ ਦੇਖੋ, ਪਰ ਸਾਡੇ ਵਿੱਚ ਉਹਦਾ ਜਿਗਰਾ ਹੈ ਨਹੀਂ ਇਸ ਤਰ੍ਹਾਂ ਦਾ। ਕਿਉਂ? ਕਿਉਂਕਿ ਸਾਡੇ ਅੰਦਰ ਉਹਦੇ ਗੁਣ ਹਲੇ ਪ੍ਰਗਟ ਨਹੀਂ ਹੋਏ। ਹਮ ਔਗਣ ਤੁਮ ਉਪਕਾਰੀ, ਤੁਮ ਮੁਕਤੂਲ ਸੁਪੇਦ ਸਪੀਲ, ਹਮ ਬਪੁਰੇ ਜਸ ਕੀਰਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਕਿ ਪਰਿਪੂਰਨ ਪਰਮਾਤਮਾ ਤੂੰ ਇੱਕ ਰੇਸ਼ਮ ਦੀ ਨਿਆਈ, ਮੁਲਾਇਮ ਰੇਸ਼ਮ, ਚਿੱਟਾ ਰੇਸ਼ਮ ਉਹਦੀ ਨਿਆਈ ਹੈ, ਤੇ ਅਸੀਂ ਤਾਂ ਇੱਕ ਕੀੜੇ ਹਾਂ, ਕੀੜੇ ਹਾਂ ਜਿਹੜੇ ਤੇਰੇ ਤੋਂ ਨਿਕਲ ਕੇ ਵਿਛੜ ਕੇ ਮਰ ਜਾਂਦੇ ਹਾਂ, ਰੇਸ਼ਮ ਚੋਂ ਨਿਕਲ ਕੇ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਆਹ ਪੰਕਤੀ ਤੇ ਆਪਾਂ ਹੁਣ ਰੁਕਣਾ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਇੱਥੇ ਸਤਿਗੁਰਾਂ ਨੇ ਜਿਹੜੀਆਂ ਮੱਖੀਆਂ ਨੇ, ਮਧੂ ਮੱਖੀਆਂ, ਉਹਨਾਂ ਦੀ ਉਦਾਹਰਨ ਦਿੱਤੀ ਹੈ। ਨਹੀਂ ਤੇ ਇਕੱਠੀਆਂ ਤਾਂ ਆਪਣੇ ਝੁੰਡ ਦੇ ਵਿੱਚ ਭੇਡਾਂ ਵੀ ਹੋ ਜਾਂਦੀਆਂ ਨੇ, ਪਰ ਭੇਡਾਂ ਦੀ ਇੱਥੇ ਉਦਾਹਰਨ ਨਹੀਂ, ਕਿਉਂਕਿ ਭੇਡਾਂ ਦੇ ਵਿੱਚ ਔਗਣ ਹੁੰਦਾ ਹੈ, ਜਿੱਧਰ ਨੂੰ ਇੱਕ ਭੇਡ ਤੁਰਦੀ ਹੈ ਨਾ, ਸਾਰੀਆਂ ਉਹਦੇ ਪਿੱਛੇ ਤੁਰ ਪੈਂਦੀਆਂ ਨੇ, ਸਾਰੀਆਂ ਉਹਦੇ ਪਿੱਛੇ ਤੁਰ ਪੈਂਦੀਆਂ ਨੇ। ਇੱਕ ਗੱਲ ਆਖਦੇ ਨੇ, ਕਹਿੰਦੇ ਨੇ ਕਿ ਇੱਕ ਵਾਰ ਇੱਕ ਟੀਚਰ ਨੇ ਆਪਣੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਸਵਾਲ ਕੀਤਾ ਬਈ ਇੱਕ ਬਾੜੇ ਦੇ ਵਿੱਚ 100 ਭੇਡਾਂ ਨੇ, 100 ਭੇਡਾਂ ਨੇ, ਤੇ ਇੱਕ ਭੇਡ ਬਾਹਰ ਨਿਕਲ ਕੇ ਚਲੀ ਗਈ ਹੈ, ਦੱਸੋ ਬਾਕੀ ਕਿੰਨੀਆਂ ਭੇਡਾਂ ਬਚਣਗੀਆਂ? ਕਹਿੰਦੇ ਕਿ ਇੱਕ ਬੱਚਾ ਆਖਦਾ ਕਿ ਸਰ ਜੀ, ਟੀਚਰ ਜੀ, ਅਧਿਆਪਕ ਜੀ, ਇਹ ਕਿੱਡਾ ਸਵਾਲ ਹੈ, ਇੱਕ ਚਲ ਗਈ ਹੈ, 99 ਬਚ ਗਈਆਂ। ਤੇ ਦੂਸਰਾ ਬੱਚਾ ਉੱਠਿਆ, ਕਹਿੰਦਾ ਨਹੀਂ ਮਾਸਟਰ ਜੀ, ਮੈਨੂੰ ਪਤਾ ਏ। ਕਹਿੰਦਾ ਕੋਈ ਵੀ ਨਹੀਂ ਬਚਣੀ। ਕਹਿੰਦਾ ਉਹ ਕਿੱਦਾਂ? ਕਹਿੰਦਾ ਮੈਨੂੰ ਪਤਾ ਹੈ, ਜਿੱਧਰ ਨੂੰ ਇੱਕ ਭੇਡ ਜਾਂਦੀ ਹੈ ਉਹਦੇ ਮਗਰ ਸਾਰੀਆਂ ਚੱਲ ਜਾਂਦੀਆਂ ਨੇ। ਜੇ ਇੱਕ ਬਾੜੇ ਵਿੱਚੋਂ ਨਿਕਲੇਗੀ ਨਾ, ਸਾਰੀਆਂ ਉਹਦੇ ਮਗਰ ਜਾਣਗੀਆਂ। ਜੇ ਇੱਕ ਖੂਹ ਵਿੱਚ ਡਿੱਗੇਗੀ ਤਾਂ ਮਗਰ ਸਾਰੀਆਂ ਨੇ ਡਿੱਗਣਾ, ਵੀ ਪਤਾ ਨਹੀਂ ਕੋਈ ਨਾ ਕੋਈ ਗੱਲ ਤਾਂ ਹੋਵੇਗੀ ਜਿਹੜੀ ਉਹ ਵੀ ਡਿੱਗ ਗਈ ਹੈ। ਇਸ ਤਰ੍ਹਾਂ ਤੇ ਸਤਿਗੁਰ ਆਖਦੇ ਨੇ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਜਿੱਥੇ ਸੱਚ ਦੀ ਕੋਈ ਗੱਲ ਤੁਹਾਨੂੰ ਮਿਲ ਜਾਏ ਨਾ, ਜਿੱਥੇ ਕੋਈ ਚੰਗੀ ਗੱਲ ਸੁਣਨ ਨੂੰ ਮਿਲੇ, ਸਤਿਗੁਰ ਆਖਦੇ ਨੇ ਉੱਥੇ ਇਸ ਤਰ੍ਹਾਂ ਇਕੱਠੇ ਹੋ ਜਾਓ ਜਿੱਦਾਂ ਮਧੂ ਮੱਖੀਆਂ ਛੱਤੇ ਵਿੱਚ ਰਹਿੰਦੀਆਂ ਨੇ। ਛੋਟੀਆਂ ਵੱਡੀਆਂ ਇੱਕੋ ਜਗ੍ਹਾ ਰਹਿੰਦੀਆਂ ਨੇ, ਕੋਈ ਵਿਤਕਰਾ ਨਹੀਂ ਕਰਦੀਆਂ। ਪਰ ਸਾਡੇ ਵਿੱਚ ਇਹ ਵੀ ਔਗਣ ਹੈ, ਅਸੀਂ ਸਤ ਸੰਗ ਵਿੱਚ, ਅਸੀਂ ਗੁਰੂ ਘਰ ਵਿੱਚ ਵੀ ਇੱਕ ਨਹੀਂ ਹੋ ਕੇ ਬੈਠ ਸਕਦੇ। ਅਸੀਂ ਜਾਤਾਂ ਕਰਕੇ, ਅਸੀਂ ਗੋਤਾਂ ਕਰਕੇ, ਅਸੀਂ ਵਰਨਾਂ ਕਰਕੇ ਇੰਨੇ ਵੰਡੇ ਹੋਏ ਹਾਂ, ਤੇ ਅਸੀਂ ਸਤਸੰਗ ਵਿੱਚ ਅਸੀਂ ਇਹ ਪੜ੍ਹਦੇ ਤਾਂ ਜ਼ਰੂਰ ਹਾਂ, ਸਦੀਆਂ ਬੀਤ ਗਈਆਂ ਸ਼ਬਦ ਨੂੰ ਪੜ੍ਹਦਿਆਂ ਨੂੰ, ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ, ਪਰ ਕਦੇ ਜੀ ਕੇ ਤਾਂ ਦੇਖਿਆ ਹੀ ਨਹੀਂ ਇਸ ਤਰੀਕੇ ਨਾਲ। ਸਾਡਾ ਤਾਂ ਇੱਕ ਦੂਸਰੇ ਕੋਲ ਜਾਤੀਵਾਦ ਸਾਡੇ ਵਿੱਚ ਇੰਨਾ ਹੈ ਕਿ ਸਾਡਾ ਤਾਂ ਇੱਕ ਦੂਸਰੇ ਕੋਲ ਬਹਿਣਾ ਵੀ ਮੁਸ਼ਕਲ ਹੈ। ਉੱਚੀ ਜਾਤ ਵਾਲੇ ਤਾਂ ਨੀਵੀਂ ਜਾਤ ਵਾਲਿਆਂ ਕੋਲ ਬਹਿਣਾ ਵੀ ਪਸੰਦ ਨਹੀਂ ਕਰਦੇ। ਤੇ ਪਰ ਸਤਿਗੁਰਾਂ ਨੇ ਤਾਂ ਇਹ ਸਾਰਾ ਕੁਝ ਸਿਸਟਮ ਖਤਮ ਕਰਕੇ ਜਾਤ ਪਾਤ ਦਾ ਸਾਨੂੰ ਇੱਕ ਕੀਤਾ ਸੀ। ਸਾਨੂੰ ਉਪਦੇਸ਼ ਦਿੱਤਾ ਸੀ ਕਿ ਸਤਸੰਗ ਵਿੱਚ ਬੈਠੋ, ਗੁਰੂ ਘਰ ਵਿੱਚ ਬੈਠੋ, ਇੱਕ ਹੋ ਕੇ, ਕਿਸੇ ਨਾਲ ਵਿਤਕਰਾ ਨਾ ਕਰੋ, ਕਿਸੇ ਨਾਲ ਫਰਕ ਨਾ ਕਰੋ। ਪਰ ਫਰਕ ਕਰਨ ਵਾਲਿਆਂ ਨੇ ਵੀ ਸਤਸੰਗੀਓ ਕੋਈ ਕਸਰ ਨਹੀਂ ਛੱਡੀਆਂ। ਮੈਂ ਅੱਗੇ ਵੀ ਕਈ ਵਾਰੀ ਅਰਜ਼ ਕੀਤੀ ਹੈ ਕਿ ਜੇਕਰ ਸਾਨੂੰ ਗੁਰੂ ਘਰ ਵੱਖ ਕਰਨੇ ਪਏ ਨੇ, ਇਹ ਸਾਡਾ ਕੋਈ ਸ਼ੌਂਕ ਨਹੀਂ ਸੀ, ਸਾਡੀ ਮਜਬੂਰੀ ਸੀ। ਸਾਨੂੰ ਧੱਕਾ ਮਾਰਿਆ, ਸਾਨੂੰ ਬਾਹਰ ਕੱਢਿਆ ਗਿਆ ਤਾਂ ਬਣੇ ਨੇ। ਨਹੀਂ ਤਾਂ ਮੈਂ ਨਿਊਜ਼ੀਲੈਂਡ ਵੀ ਗਿਆ, ਉੱਥੇ ਮੈਂ ਦੇਖਿਆ ਪਹਿਲਾਂ ਗੁਰੂ ਘਰ ਇੱਕੋ ਹੀ ਸੀ, ਇੱਕੋ ਥਾਂ ਸਾਰੇ ਜਾਂਦੇ ਸੀ। ਪਰ ਜਦੋਂ ਫਿਰ ਹੌਲੀ ਹੌਲੀ ਕੁਸਰ ਮੁਸਰ ਹੋਣ ਲੱਗ ਪੈਂਦੀ ਹੈ,
ਅਸੀਂ ਆਹ ਨਹੀਂ ਇੱਥੇ ਕਰਨ ਦੇਣਾ, ਅਸੀਂ ਉਹ ਨਹੀਂ ਕਰਨ ਦੇਣਾ। ਫਿਰ ਸਾਡੇ ਲੋਕ ਕਿਨਾਰਾ ਕਰ ਲੈਂਦੇ ਨੇ ਵੀ ਠੀਕ ਹੈ, ਆਪਣਾ ਹੀ ਘਰ ਵੱਖਰਾ ਹੈ। ਕਮ ਸੇ ਕਮ ਬੰਦਾ ਇੱਜ਼ਤ ਨਾਲ ਬਹਿੰਦਾ ਤਾਂ ਹੈ, ਆਪਣੀ ਗੱਲ ਤਾਂ ਆਪਣੇ ਵਿੱਚ ਰੱਖ ਸਕਦਾ ਹੈ। ਪਰ ਜੇ ਆਪਾਂ ਇਤਿਹਾਸ ਨੂੰ ਪੜ੍ਹੀਏ, ਇਤਿਹਾਸ ਨੂੰ ਪੜ੍ਹ ਕੇ ਗੁਰੂ ਮਹਾਰਾਜ ਨੇ ਸਾਡੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਜੇ ਅਸੀਂ ਗੁਰੂ ਦੇ ਨਾਲ ਖੜੇ ਹਾਂ, ਜੇ ਗੁਰੂ ਦੇ ਲਈ ਅਸੀਂ ਕੁਰਬਾਨੀਆਂ ਕੀਤੀਆਂ ਨੇ, ਤਾਂ ਗੁਰੂ ਨੇ ਵੀ ਸਾਨੂੰ ਦੇਣ ਵਿੱਚ ਕੁਝ ਕਮੀ ਨਹੀਂ ਛੱਡੀ। ਕਿਉਂਕਿ ਜਿਨ੍ਹਾਂ ਨੂੰ ਨੀਵੇਂ ਨੀਵੇਂ ਕਹਿ ਕੇ ਭੰਡਦੇ ਸੀ, ਜਦੋਂ ਵੀ ਗੁਰੂ ਤੇ ਭੀੜ ਆਈ ਏ, ਔਖਾ ਟਾਈਮ ਆਇਆ ਏ, ਤਾਂ ਸਭ ਤੋਂ ਅੱਗੇ ਇਹਨਾਂ ਨੇ ਹੀ ਆਪਣੀਆਂ ਛਾਤੀਆਂ ਕੀਤੀਆਂ ਨੇ ਬਾਰ ਸਹਿਣ ਦੇ ਲਈ। ਇਹਨਾਂ ਦੀ ਜਿਹੜੀ ਭਾਵਨਾ ਹੈ, ਉਹਦੇ ਅੱਗੇ ਗੁਰੂ ਨੂੰ ਵੀ ਹੱਥ ਜੋੜਨੇ ਪਏ ਨੇ ਕਿ ਬਾਹ ਕਮਾਲ ਤੁਹਾਡੀ ਭਾਵਨਾ। ਮੈਂ ਇਤਿਹਾਸ ਦੀ ਇੱਕ ਛੋਟੀ ਜਿਹੀ ਤੁਹਾਨੂੰ ਸਾਖੀ ਸੁਣਾਵਾਂ। ਜਦੋਂ ਚਮਕੌਰ ਦੀ ਗੜ੍ਹੀ ਵਿੱਚ ਕਲਗੀ ਤੋੜਾ ਦੇ ਕੇ ਭਾਈ ਸੰਗਤ ਸਿੰਘ ਨੂੰ ਗੁਰੂ ਮਹਾਰਾਜ ਚਲੇ ਜਾਂਦੇ ਨੇ ਰਾਤ ਨੂੰ, ਗੁਰੂ ਗੋਬਿੰਦ ਸਿੰਘ ਜੀ, ਤਾਂ ਉਦੋਂ ਸਤਿਗੁਰਾਂ ਨੇ ਪਰਖ ਬਹੁਤ ਕੀਤੀ। ਕਈਆਂ ਦੇ ਪਿੰਡਾਂ 'ਚ ਗਏ, ਕਈਆਂ ਦੇ ਘਰ ਉਦੋਂ ਪਰਖ ਕੀਤੀ। ਜਿਹੜੇ ਕਹਿੰਦੇ ਸੀ ਨਾ ਅਨੰਦਪੁਰ ਸਾਹਿਬ ਜਾ ਕੇ ਕਿ ਮਹਾਰਾਜ ਕਦੇ ਸਾਡੇ ਘਰ ਆਉਣਾ, ਕਦੇ ਸੇਵਾ ਦਾ ਮੌਕਾ ਦੇਣਾ, ਇੱਕ ਵਾਰ ਹੁਕਮ ਕਰਕੇ ਦੇਖੋ। ਸਤਿਗੁਰਾਂ ਨੇ ਫਿਰ ਉਸ ਸਮੇਂ ਉਹਨਾਂ ਦੀ ਪਰਖ ਕੀਤੀ। ਤੇ ਜਦੋਂ ਰਾਤ ਨੂੰ ਕਹਿੰਦੇ ਨੇ ਕਿ ਨਿਕਲ ਗਏ ਨੇ, ਉੱਥੋਂ ਚਲੇ ਗਏ ਨੇ, ਤਾਂ ਸਾਰੀ ਰਾਤ ਚੱਲਦੇ ਰਹੇ, ਤੁਰਦੇ ਰਹੇ, ਤਾਂ ਇੱਕ ਨਗਰ ਵਿੱਚ ਪਹੁੰਚੇ ਨੇ। ਤੜਕਾ ਹੋਇਆ ਏ, ਸਵੇਰਾ ਹੀ ਹੋਇਆ ਏ, ਹਾਲੇ ਦਿਨ ਨਹੀਂ ਪੂਰਾ ਚੜ੍ਹਿਆ, ਸਵੇਰਾ ਹੋਇਆ ਏ। ਤਾਂ ਇੱਕ ਨਗਰ ਵਿੱਚ ਗਏ ਨੇ, ਤਾਂ ਸਵੇਰੇ ਸਵੇਰੇ ਕੋਈ ਪੰਡਤ ਮਿਲਿਆ, ਇਸ਼ਨਾਨ ਕਰਨ ਜਾ ਰਿਹਾ ਏ, ਇਸ਼ਨਾਨ ਕਰਨ ਜਾ ਰਿਹਾ ਏ। ਤੇ ਸਤਿਗੁਰ ਪੁੱਛਦੇ ਨੇ ਕਿ ਭਾਈ ਬਈ ਇੱਥੇ ਪੂਰਨ ਮਹੰਤ ਦਾ ਘਰ ਕਿਹੜਾ ਏ? ਪੂਰਨ ਮਹੰਤ ਦਾ। ਉਹ ਪੰਡਤ ਦੇਖਦਾ ਵੀ ਕੋਈ ਫਕੀਰ ਜਿਹਾ ਲੱਗਦੇ ਨੇ, ਵੀ ਚੋਲਾ ਪਾਇਆ ਏ, ਉਹ ਵੀ ਚੋਲਾ ਵੀ ਜਗ੍ਹਾ ਜਗ੍ਹਾ ਤੋਂ ਫਟਿਆ ਹੋਇਆ ਏ, ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਹੈ। ਤੇ ਪੰਡਤ ਆਖਦਾ ਕਿ ਤੁਸੀਂ ਪੂਰਨ ਮਹੰਤ ਦੇ ਘਰ ਜਾਣਾ ਏ, ਆਓ ਮੈਂ ਤੁਹਾਨੂੰ ਛੱਡ ਆਉਂਦਾ ਹਾਂ, ਮੈਂ ਬਾਅਦ 'ਚ ਹੀ ਇਸ਼ਨਾਨ ਕਰਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾਲ ਲੈ ਕੇ ਪੰਡਤ ਚੱਲ ਪਿਆ। ਜਾ ਕੇ ਦਰਵਾਜ਼ਾ ਖੜਕਾਇਆ, ਵੱਡੀ ਸਾਰੀ ਹਵੇਲੀ ਹੈ, ਬੜਾ ਧਨ ਦੌਲਤ ਹੈ ਪੂਰਨ ਮਹੰਤ ਦੇ ਕੋਲ। ਦਰਵਾਜ਼ਾ ਖੜਕਾਇਆ ਤੇ ਇਹਦਾ ਜਿਹੜਾ ਨੌਕਰ ਹੈ, ਜਿਹੜਾ ਇਹਦੇ ਪਸ਼ੂਆਂ ਦੀ ਦੇਖ ਰੇਖ ਕਰਦਾ, ਪਸ਼ੂਆਂ ਨੂੰ ਪੱਠੇ ਪਾਉਂਦਾ, ਗੋਹਾ ਕੂੜਾ ਕਰਦਾ ਹੈ, ਜਿਉਣਾ, ਭਾਈ ਜਿਉਣਾ ਇਤਿਹਾਸ ਵਿੱਚ ਨਾਮ ਆਉਂਦਾ ਹੈ। ਭਾਈ ਜਿਉਣਾ, ਸਤਸੰਗੀਓ, ਭਾਈ ਜਿਉਣੇ ਨੇ ਦਰਵਾਜ਼ਾ ਖੋਲ੍ਹਿਆ ਤੇ ਪੰਡਤ ਆਖਣ ਲੱਗਾ ਕਿ ਭਾਈ ਇਹ ਮਹਾਂਪੁਰਖ ਪੂਰਨ ਮਹੰਤ ਦੇ ਘਰ ਦਾ ਐਡਰੈਸ ਪੁੱਛਦੇ ਸੀ, ਪਤਾ ਪੁੱਛਦੇ ਸੀ, ਸੋ ਲਓ ਮੈਂ ਤੁਹਾਡੇ ਦਰਵਾਜ਼ੇ ਤੱਕ ਇਹਨਾਂ ਨੂੰ ਪਹੁੰਚਾ ਦਿੱਤਾ ਹੈ, ਮੇਰੀ ਜ਼ਿੰਮੇਵਾਰੀ ਖਤਮ ਹੈ, ਮੈਂ ਹੁਣ ਜਾ ਰਿਹਾ ਹਾਂ, ਇਹਨਾਂ ਨੂੰ ਅੰਦਰ ਬਾੜ ਲਓ। ਤੇ ਜਿਉਣੇ ਨੇ ਗੁਰੂ ਪਾਤਸ਼ਾਹ ਨੂੰ ਅੰਦਰ ਬਾੜਿਆ, ਦਰਵਾਜ਼ਾ ਬੰਦ ਕੀਤਾ। ਜਿੱਥੇ ਉਹ ਪਸ਼ੂਆਂ ਦਾ ਬਾੜਾ ਹੈ ਨਾ, ਜਿੱਥੇ ਉਹ ਰਹਿੰਦਾ ਹੀ ਹੈ, ਉੱਥੇ ਹੀ ਪਸ਼ੂਆਂ ਦੇ ਕੋਲ ਹੀ ਉਹਨੇ ਆਪਣੀ ਮੰਜੀ ਡਾਈ ਹੋਈ ਹੈ, ਤੇ ਗੁਰੂ ਪਾਤਸ਼ਾਹ ਨੂੰ ਉਸੇ ਮੰਜੀ ਤੇ ਬਿਠਾ ਦਿੱਤਾ। ਇਹਨੂੰ ਪਤਾ ਨਹੀਂ ਕਿ ਕੌਣ ਨੇ, ਇਹਨੂੰ ਪਤਾ ਨਹੀਂ, ਕਿਉਂਕਿ ਸੁਣਿਆ ਤਾਂ ਬਹੁਤ ਹੈ, ਕਿਉਂਕਿ ਇਹਦਾ ਜਿਹੜਾ ਮਾਲਕ ਹੈ ਪੂਰਨ ਮਹੰਤ ਆਮ ਗੱਲਾਂ ਕਰਦਾ ਰਹਿੰਦਾ ਹੈ ਕਿ ਅਨੰਦਪੁਰ ਵਾਲੇ ਪਾਤਸ਼ਾਹ ਕਲਗੀਧਰ ਇਸ ਤਰ੍ਹਾਂ ਨੇ, ਇਸ ਤਰ੍ਹਾਂ ਨੇ, ਇੱਦਾਂ ਦੇ ਨੇ, ਉਹਨਾਂ ਦੀਆਂ ਵਡਿਆਈਆਂ ਕਰਦਾ ਰਹਿੰਦਾ ਹੈ, ਪਰ ਕਦੇ ਦੇਖਿਆ ਨਹੀਂ। ਬਿਠਾਲ ਦਿੱਤਾ ਉੱਥੇ ਹੀ ਮੰਜੀ ਤੇ ਦੇਖ ਰਿਹਾ ਏ ਬਈ ਲੀੜੇ ਫਟੇ ਹੋਏ ਨੇ, ਦਸਤਾਰ ਵੀ ਬਿੰਗੀ ਟੇਢੀ ਹੋਈ ਹੋਈ ਹੈ, ਪੈਰਾਂ ਦੇ ਵਿੱਚ ਜੋੜਾ ਨਹੀਂ, ਠੰਡ ਦਾ ਮੌਸਮ ਹੈ, ਕੜਾਕੇ ਦੀ ਠੰਡ ਹੈ। ਬਈ ਕੌਣ ਨੇ? ਦੇਖਣ ਨੂੰ ਫਕੀਰ ਲੱਗਦੇ ਨੇ। ਤੇ ਆਖਣ ਲੱਗਾ ਕਿ ਹਾਂ ਹਾਂਜੀ ਮਹਾਂਪੁਰਖੋ, ਹੁਕਮ ਕਰੋ, ਕਿਸ ਤਰ੍ਹਾਂ ਆਉਣੇ ਹੋਏ, ਤੁਹਾਡੀ ਕੀ ਸੇਵਾ ਕਰ ਸਕਦੇ ਹਾਂ। ਸਤਿਗੁਰ ਆਖਦੇ ਨੇ ਕਿ ਵੀ ਪੂਰਨ ਮਸੰਦ ਘਰੇ ਹੀ ਹੈ? ਕਹਿੰਦੇ ਹਾਂਜੀ ਘਰੇ ਹੀ ਹੈ। ਬੁਲਾ ਕੇ ਲਿਆ ਸਕਦੇ? ਉਹਨੂੰ ਬੁਲਾਉਂਗੇ? ਸਤਿਗੁਰ ਆਖਦੇ ਨੇ ਕਿ ਉਹਨੂੰ ਬੁਲਾ ਕੇ ਲਿਆਓ। ਤੇ ਉਹ ਜਿਉਣਾ ਆਖਦਾ ਹੈ
ਕਿ ਠੀਕ ਹੈ ਜੀ, 7 ਬਚਨ ਉਹ ਉੱਪਰ ਚੁਬਾਰੇ ਵਿੱਚ ਆਰਾਮ ਕਰ ਰਹੇ ਨੇ, ਮੈਂ ਬੁਲਾ ਕੇ ਲਿਆਵਾਂਗਾ, ਪਰ ਮੈਨੂੰ ਦੱਸਣਾ ਪਵੇਗਾ ਕਿ ਕੌਣ ਬੁਲਾ ਰਿਹਾ ਹੈ ਤੁਹਾਨੂੰ। ਵੀ ਮੈਨੂੰ ਦੱਸਣਾ ਪਵੇਗਾ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਮੈਂ ਕੀ ਦੱਸਾਂਗਾ ਜਾ ਕੇ। ਸਤਿਗੁਰ ਆਖਦੇ ਨੇ ਕਿ ਮੈਂ ਅਨੰਦਪੁਰ ਤੋਂ ਆਇਆ ਹਾਂ ਤੇ ਮੇਰਾ ਨਾਮ ਗੋਬਿੰਦ ਸਿੰਘ ਹੈ। ਤੇ ਜਦੋਂ ਜਿਉਣੇ ਨੇ ਨਾਮ ਸੁਣਿਆ ਕਿ ਅਨੰਦਪੁਰ ਤੋਂ ਆਇਆ ਹਾਂ, ਗੋਬਿੰਦ ਸਿੰਘ ਹੈ, ਤੇ ਜਿਉਣਾ ਤਾਂ ਹੱਕਾ ਬੱਕਾ ਰਹਿ ਗਿਆ। ਇਹਨੂੰ ਆਪਣੇ ਅੱਖਾਂ ਤੇ ਯਕੀਨ ਨਹੀਂ ਆ ਰਿਹਾ। ਉਸੇ ਟਾਈਮ ਚਰਨਾਂ ਤੇ ਢਹਿ ਪਿਆ। ਚਰਨ ਕਿ ਪਾਤਸ਼ਾਹ ਤੁਸੀਂ ਇਸ ਹਾਲਤ ਵਿੱਚ, ਮੈਂ ਤੁਹਾਡੀ ਸਿਫਤ ਸਲਾਹ ਬਹੁਤ ਸੁਣੀ ਹੈ, ਮਾਲਕਾ ਤੋਂ ਸੁਣਦਾ ਰਹਿੰਦਾ ਹਾਂ, ਪਾਤਸ਼ਾਹ ਮੈਨੂੰ ਮਾਫ ਕਰ ਦਿਓ, ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ। ਬਿਠਾ ਲਿਆ। ਇੰਨੀ ਭਾਵਨਾ, ਇੰਨਾ ਪ੍ਰੇਮ, ਆਪਣੇ ਝੱਗੇ ਦੇ ਨਾਲ ਲਿਬੜੇ ਹੋਏ ਪੈਰ ਸਾਫ਼ ਕਰ ਰਿਹਾ ਹੈ, ਕੰਡੇ ਚੁੱਭੇ ਹੋਏ ਨੇ, ਕੰਡੇ ਕੱਢ ਰਿਹਾ ਹੈ। ਜੋ ਵੀ ਕੋਈ ਅਰਜਾਈ, ਕੋਈ ਗਲੇਫ, ਜੋ ਵੀ ਕੱਪੜਾ ਸੀ ਲਾਗੇ ਲਾਗੇ ਕਰ ਦਿੱਤਾ ਕਿ ਥੋੜ੍ਹਾ ਜਿਹਾ ਨਿੱਘ ਆ ਜਾਏ, ਥੋੜ੍ਹਾ ਜਿਹਾ। ਅੱਖਾਂ ਦੇ ਵਿੱਚ ਹੰਝੂ ਆ ਗਏ ਸਤਿਗੁਰਾਂ ਦੇ ਹਾਲਾਤ ਦੇਖ ਕੇ, ਅੱਖਾਂ ਦੇ ਵਿੱਚ ਹੰਝੂ ਆ ਗਏ। ਤੇ ਸਤਿਗੁਰ ਆਖਦੇ ਨੇ ਕਿ ਜਿਉਣਿਆ, ਮੈਂ ਠੀਕ ਹਾਂ, ਜਾ ਤੂੰ ਆਪਣੇ ਮਾਲਕ ਨੂੰ ਬੁਲਾ ਕੇ ਲੈ ਕੇ ਆ। ਆਖੀ ਕਿ ਅਨੰਦਪੁਰ ਵਾਲੇ ਗੁਰੂ ਆਏ ਨੇ। ਤੇ ਜਿਉਣਾ ਦੌੜਾ ਗਿਆ, ਕਿਉਂਕਿ ਖੁਸ਼ੀ ਹੈ। ਜਿਉਣੇ ਨੂੰ ਇਸ ਤਰ੍ਹਾਂ ਸੀ ਕਿ ਜਦੋਂ ਪੂਰਨ ਮਹੰਤ ਨੂੰ ਪਤਾ ਲੱਗੇਗਾ, ਇਹ ਦੌੜਾ ਆਵੇਗਾ। ਤੇ ਸਤ ਸੰਗੀਓ, ਦੌੜਾ ਗਿਆ ਉੱਪਰ ਨੂੰ ਜਿਉਣਾ, ਤੇ ਜਾ ਕੇ ਦਰਵਾਜ਼ਾ ਖੜਕਾਉਂਦਾ ਏ ਕਿ ਉੱਠੋ ਜੀ ਉੱਠੋ, ਜਲਦੀ ਉੱਠੋ, ਬਾਹਰ ਆਓ। ਤੇ ਮਹੰਤ ਪੂਰਨ ਬਾਹਰ ਆਇਆ। ਕਹਿੰਦਾ ਜਿਉਣਿਆ ਕੀ ਗੱਲ ਹੈ, ਕਿਉਂ ਸਵੇਰੇ ਸਵੇਰੇ ਇੰਨਾ ਰੌਲਾ ਪਾਇਆ ਏ, ਕੀ ਹੋ ਗਿਆ ਤੈਨੂੰ? ਕਹਿੰਦਾ ਥੱਲੇ ਚੱਲੋ, ਥੱਲੇ ਦੇਖੋ ਕੌਣ ਆਇਆ ਏ। ਕਹਿੰਦਾ ਕੌਣ ਆਇਆ ਏ ਥੱਲੇ? ਕਹਿੰਦਾ ਥੱਲੇ ਜਿਨ੍ਹਾਂ ਦੀ ਤੁਸੀਂ ਹਰ ਰੋਜ਼ ਸਿਫਤ ਸਲਾਹ ਕਰਦੇ ਹੋ, ਜਿਨ੍ਹਾਂ ਨੂੰ ਯਾਦ ਕਰਦੇ ਹੋ, ਅਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਹੋਏ ਨੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਹੋਏ ਨੇ, ਪੂਰਨ ਮਹੰਤ ਨੇ ਸੁਣਿਆ, ਉਹਦੇ ਤਾਂ ਹੋਸ਼ ਉੱਡ ਗਏ, ਕਹਿੰਦਾ ਗੁਰੂ ਪਾਤਸ਼ਾਹ ਆਏ ਹੋਏ ਨੇ, ਇਕੱਲੇ ਹੀ ਨੇ? ਕਹਿੰਦਾ ਹਾਂਜੀ ਮਾਲਕੋ, ਇਕੱਲੇ ਹੀ ਨੇ। ਨਾ ਕਹਿੰਦਾ ਘੋੜਾ ਏ, ਨਾ ਜੋੜਾ ਏ, ਇਕੱਲੇ ਹੀ ਨੇ। ਕਹਿੰਦਾ ਇਕੱਲੇ ਹੀ ਨੇ, ਨਾਲ ਕੋਈ ਵੀ ਨਹੀਂ? ਕਹਿੰਦਾ ਕੋਈ ਨਹੀਂ। ਕਹਿੰਦਾ ਕੀ ਪੁੱਛਦੇ ਸੀ? ਕਹਿੰਦਾ ਉਹ ਨਹੀਂ ਪੁੱਛਿਆ ਕਿ ਪੂਰਨ ਮਹੰਤ ਕਿੱਥੇ ਹੈ। ਕਹਿੰਦਾ ਫਿਰ ਤੂੰ ਕੀ ਕਿਹਾ? ਕਹਿੰਦਾ ਮੈਂ ਕਹਿ ਦਿੱਤਾ ਕਿ ਉੱਤੇ ਆਰਾਮ ਕਰਦੇ ਨੇ। ਉਹ ਕਹਿੰਦਾ ਪਾਗਲਾ, ਤੂੰ ਇੱਦਾਂ ਕਿਉਂ ਕਹਿ ਦਿੱਤਾ ਉੱਤੇ ਆਰਾਮ ਕਰਦੇ ਨੇ? ਤੂੰ ਕਹਿ ਦਿੰਦਾ ਕਿ ਉਹ ਘਰ ਨਹੀਂ ਨੇ, ਉਹਨਾਂ ਦੇ ਪਿੱਛੇ ਮੁਗਲ ਫੌਜਾਂ ਲੱਗੀਆਂ ਹੋਈਆਂ ਨੇ। ਜੇਕਰ ਫੌਜਾਂ ਇੱਥੇ ਆ ਗਈਆਂ, ਉਹਨਾਂ ਨੇ ਆਪਣਾ ਵੀ ਸਤਿਆਨਾਸ਼ ਕਰ ਦੇਣਾ ਹੈ, ਆਪਾਂ ਨੂੰ ਜਾਨੋਂ ਮਾਰ ਮੁਕਾ ਦੇਣਾ ਹੈ। ਤੇ ਜਿਉਣਾ ਹੈਰਾਨ ਹੋ ਗਿਆ, ਦੇਖ ਰਿਹਾ ਪੂਰਨ ਮਹੰਤ ਦੇ ਮੂੰਹ ਵੱਲ ਨੂੰ, ਵੀ ਇਹ ਬੰਦਾ, ਇਹ ਜਿਹੜਾ ਗੁਰੂ ਦਾ ਵਸਾ ਨਹੀਂ ਸੀ ਖਾਂਦਾ, ਤੇ ਗੁਰੂ ਨੇ ਜਿਹੜਾ ਗੁਰੂ ਦਾ ਵਸਾ ਨਹੀਂ ਸੀ ਖਾਂਦਾ, ਹਰ ਵੇਲੇ ਆਖਦਾ ਸੀ ਵੀ ਕਦੇ ਗੁਰੂ ਸਾਡੇ ਘਰ ਵੀ ਫੇਰਾ ਪਾਉਣ। ਤੇ ਅੱਜ ਗੁਰੂ ਆਏ ਹੋਏ ਨੇ, ਤੇ ਇਹ ਆਖ ਰਿਹਾ ਕਿ ਉਹਨਾਂ ਨੂੰ ਕਹੋ ਵੀ ਘਰ ਨਹੀਂ ਨੇ। ਤੇ ਜਿਉਣਾ ਆਖ ਰਿਹਾ ਕਿ ਮਾਲਕ ਤੁਸੀਂ ਨੀਚੇ ਜਾ ਕੇ ਕਮ ਸੇ ਕਮ ਉਹਨਾਂ ਨੂੰ ਦੇਖ ਤਾਂ ਲਓ, ਉਹ ਕਿਸ ਹਾਲਾਤ ਵਿੱਚ ਆਏ ਨੇ। ਕਹਿੰਦੇ ਜਾ ਜਿਉਣਿਆ, ਜਾ ਕੇ ਕਹਿ ਦੇ ਗੁਰੂ ਨੂੰ ਵੀ ਸਾਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ, ਜੇ ਅਸੀਂ ਤੇਰੇ ਦਰਸ਼ਨ ਕਰਨੇ ਹੋਏ ਅਸੀਂ ਆਪ ਅਨੰਦਪੁਰ ਚੱਲ ਕੇ ਆ ਜਾਾਂਗੇ, ਸਾਡੇ ਘਰੋਂ ਚਲੇ ਜਾ। ਤੇ ਦਰਵਾਜ਼ਾ ਬੰਦ ਕਰ ਲਿਆ, ਅੰਦਰ ਚਲਾ ਗਿਆ। ਤੇ ਜਿਉਣੇ ਦਾ, ਉਸ ਗਰੀਬ ਦਾ ਜਿਹੜਾ ਨੌਕਰ ਹੈ, ਜਿਹੜਾ ਉਹਦੇ ਪਸ਼ੂਆਂ ਨੂੰ ਪੱਠੇ ਪੁੱਠੇ ਪਾਉਂਦਾ ਹੈ, ਗੋਹਾ ਕੂੜਾ ਕਰਦਾ ਹੈ, ਉਹਦਾ ਸੀਨਾ ਫਟ ਗਿਆ। ਇਹ ਗੱਲ ਸੁਣ ਕੇ ਉਹਦਾ ਸੀਨਾ ਫਟ ਗਿਆ ਕਿ ਇਹ ਸਿੱਖ ਹੈ ਗੁਰੂ ਦਾ, ਇਹ ਪੂਰਨ ਮਹੰਤ। ਗਿਆ ਤਾਂ ਬੜੇ ਹੌਸਲੇ ਨਾਲ ਸੀ, ਦੌੜਾ ਗਿਆ,
ਪਰ ਹੁਣ ਜਦ ਉੱਪਰੋਂ ਆ ਰਿਹਾ ਨਾ ਤਾਂ ਲੱਤਾਂ ਸਾਥ ਨਹੀਂ ਦੇ ਰਹੀਆਂ, ਲੱਤਾਂ ਸਾਥ ਨਹੀਂ ਦੇ ਰਹੀਆਂ ਕਿ ਮੈਂ ਗੁਰੂ ਨੂੰ ਜਾ ਕੇ ਜਵਾਬ ਕੀ ਦਿਆਂ ਵੀ ਪੂਰਨ ਮਹੰਤ ਨੇ ਕੀ ਕਿਹਾ ਹੈ। ਤੇ ਜਦੋਂ ਹੌਸਲਾ ਨਹੀਂ ਪੈ ਰਿਹਾ ਥੱਲੇ ਆਉਣ ਦਾ ਤਾਂ ਗੁਰੂ ਪਾਤਸ਼ਾਹ ਆਵਾਜ਼ ਮਾਰਦੇ ਨੇ ਕਿ ਜਿਉਣਿਆ ਆ ਜਾ ਵਾਪਸ, ਮੈਂ ਸੁਣ ਲਿਆ ਸਾਰਾ ਕੁਝ। ਉਹ ਜਿਉਣਿਆ ਮੈਂ ਤਾਂ ਤਦ ਆਇਆ ਸੀ, ਇਹ ਬਹੁਤ ਵਾਰੀ ਆ ਕੇ ਕਹਿੰਦਾ ਹੁੰਦਾ ਸੀ ਗੁਰੂ ਜੀ ਕਦੇ ਮੇਰੇ ਘਰ ਚਰਨ ਪਾਇਓ, ਕਦੇ ਗਰੀਬ ਖਾਨੇ ਵੀ ਚਰਨ ਪਾਇਓ, ਕਦੇ ਸਾਡੇ ਘਰ ਆਇਓ, ਇਹ ਅਕਸਰ ਆਖਦਾ ਹੁੰਦਾ ਸੀ। ਇਸ ਲਈ ਮੈਂ ਅੱਜ ਸੋਚਿਆ ਸੀ ਵੀ ਚੱਲ ਕਿਉਂ ਇਹਦੇ ਚਰਨ ਪਾਈ ਆਉਂਦੇ, ਇਹਦੇ ਘਰ ਜਾਈ ਆਉਂਦੇ ਆ। ਪਰ ਜੇਕਰ ਮੇਰੇ ਇੱਥੇ ਆਉਣ ਦੇ ਨਾਲ ਇਹਦੇ ਤੇ ਵਿਪਤਾ ਪੈਂਦੀ ਹੈ ਤਾਂ ਮੈਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ, ਮੈਂ ਚਲੇ ਜਾਂਦਾ। ਜਿਉਣਾ ਨੀਚੇ ਆ ਗਿਆ, ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਜਿਉਣੇ ਦੇ, ਜਿਉਣੇ ਦੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ। ਸਤਿਗੁਰਾਂ ਦੇ ਚਰਨਾਂ ਤੇ ਟਹਿ ਪਿਆ ਕਿ ਪਾਤਸ਼ਾਹ ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਮੇਰਾ ਤੇ ਕੋਈ ਘਰ ਕਾਟ ਵੀ ਨਹੀਂ ਹੈ, ਮੈਂ ਤਾਂ ਰਹਿੰਦਾ ਹੀ ਇੱਥੇ ਹਾਂ। ਸਤਿਗੁਰ ਆਖਦਾ ਹੈ ਕਿ ਸਤਿਗੁਰ ਨੂੰ ਆਖਦਾ ਹੈ ਕਿ ਜਿਉਣਾ ਪੱਲੇ ਨਾ ਕੱਖ ਵੀ ਮੇਰਾ, ਮੈਂ ਡਾਢਾ ਗਰੀਬ ਹਾਂ, ਸ਼ਿਕਵਾ ਹੈ ਅੱਜ ਮੈਨੂੰ ਕਿ ਮੈਂ ਕਿਉਂ ਰਕੀਬ ਹਾਂ। ਮੈਨੂੰ ਸ਼ਿਕਵਾ ਹੈ ਆਪਣੇ ਆਪ ਤੇ ਕਿ ਮੈਂ ਕਿਉਂ ਗਰੀਬ ਕਿਉਂ ਹਾਂ, ਕਿਉਂ ਨੌਕਰ ਹਾਂ ਇਸ ਦਾ। ਪਲਕਾਂ ਨਾਲ ਹੰਝੂ ਪੂੰਝ ਪੂੰਝ ਕੇ ਖੋਲ ਮੈਂ ਲਾਣਾ ਸੀ, ਜੇ ਕੁੱਲੀ ਵੀ ਹੁੰਦੀ ਕੋਲ ਮੇਰੇ ਮੈਂ ਤੁਹਾਨੂੰ ਘਰ ਲੈ ਜਾਣਾ ਸੀ। ਕਿ ਪਾਤਸ਼ਾਹ ਜੇ ਮੈਂ ਗਰੀਬ ਕੋਲ ਕੁੱਲੀ ਵੀ ਹੁੰਦੀ ਨਾ, ਮੈਂ ਤੁਹਾਨੂੰ ਆਪਣੀ ਕੁੱਲੀ 'ਚ ਲੈ ਜਾਣਾ ਸੀ, ਮੈਂ ਤੁਹਾਨੂੰ ਕੁੱਲੀ 'ਚ ਲੈ ਜਾਣਾ ਸੀ। ਪਰ ਪਾਤਸ਼ਾਹ ਮੈਂ ਹੁਣ ਇੱਥੇ ਰਹਿਣਾ ਨਹੀਂ, ਮੈਂ ਤੁਹਾਡੇ ਨਾਲ ਜਾਣਾ ਚਾਹੁੰਦਾ ਹਾਂ, ਮੈਂ ਤੁਹਾਡੇ ਨਾਲ ਜਾਣਾ ਹੈ। ਤੇ ਸਤਿਗੁਰ ਸਮਝਾਉਂਦੇ ਨੇ ਕਿ ਜਿਉਣਿਆ ਤੇਰੀ ਸੇਵਾ ਪ੍ਰਵਾਨ ਹੈ, ਤੇਰੀ ਸੇਵਾ ਪ੍ਰਵਾਨ ਹੈ। ਤੂੰ ਇਹਦੇ ਡਿਊਟੀ ਕਰਦਾ ਹੈ, ਇਹਦੇ ਤੂੰ ਨੌਕਰੀ ਕਰਦਾ ਹੈ, ਇਹਨਾਂ ਡੰਗਰਾਂ ਨੂੰ ਤੂੰ ਪੱਠੇ ਪਾਉਂਦਾ ਹੈ, ਤੂੰ ਆਪਣੀ ਜੋ ਜ਼ਿੰਮੇਵਾਰੀ ਹੈ ਇਹ ਸੱਚ ਦੇ ਨਾਲ ਹੱਕ ਦੇ ਨਾਲ ਨਿਭਾ। ਜਦੋਂ ਮਾਹੌਲ ਸਹੀ ਹੋ ਗਿਆ ਤੂੰ ਫਿਰ ਅਨੰਦਪੁਰ ਸਾਹਿਬ ਆ ਜਾਈਂ, ਪਰ ਹਾਲੇ ਤੂੰ ਸਾਡੇ ਨਾਲ ਜਾਂਦਾ ਇੱਦਾਂ ਸਹੀ ਨਹੀਂ ਲੱਗਦਾ, ਤੂੰ ਆਪਣੀ ਜ਼ਿੰਮੇਵਾਰੀ ਤੋਂ ਮੁੱਖ ਮੋੜੇ। ਇਹ ਡੰਗਰਾਂ ਨੂੰ ਇਹ ਪਸ਼ੂਆਂ ਨੂੰ ਵੀ ਤੇਰੀ ਲੋੜ ਹੈ ਕਿਉਂਕਿ ਤੂੰ ਪੱਠੇ ਇਹਨਾਂ ਨੂੰ ਪਾਉਂਦਾ ਹੈ। ਜਿਉਣਾ ਜਿੱਦ ਕਰਦਾ ਏ ਪਰ ਸਤਿਗੁਰ ਮਨਾ ਕਰਦੇ ਨੇ। ਸਤਸੰਗੀਓ ਉਹ ਖੂਹ ਲਗਾਉਣਾ ਸੀ, ਕਹਿੰਦੇ ਨੇ ਕਿ ਟਿੰਡਾਂ ਮੰਗਾਈਆਂ ਹੋਈਆਂ ਸਨ, ਪੁਰਾਣਿਆਂ ਨੂੰ ਬਜ਼ੁਰਗਾਂ ਨੂੰ ਪਤਾ ਹੈ ਕਿ ਖੂਹ ਦੇ ਵਿੱਚ ਟਿੰਡਾਂ ਚੱਲਦੀਆਂ ਸਨ, ਉਹ ਪਾਣੀ ਦੇ ਨਾਲ ਭਰ ਭਰ ਕੇ ਬਾਹਰ ਆਉਂਦੀਆਂ ਸਨ। ਤੇ ਉਹ ਟਿੰਡ ਵਿੱਚ ਅੱਗ ਪਾ ਦਿੱਤੀ ਜਿਉਣੇ ਨੇ ਤੇ ਰੱਸੀ ਬੰਨ੍ਹ ਕੇ ਸਤਿਗੁਰਾਂ ਦੇ ਹੱਥ ਫੜਾ ਦਿੱਤੀ ਕਿ ਸਤਿਗੁਰ ਇਹ ਕੋਲ ਲੈ ਜਾਓ, ਜਿੱਥੇ ਤੱਕ ਵੀ ਅੱਗ ਬਲਦੀ ਹੈ, ਸੇਕ ਆਉਂਦਾ ਹੈ, ਥੋੜ੍ਹਾ ਜਿਹਾ ਤੁਹਾਨੂੰ ਨਿੱਘ ਰਹੇਗਾ, ਥੋੜ੍ਹਾ ਜਿਹਾ ਠੰਡ ਦੂਰ ਹੁੰਦੀ ਜਾਏਗੀ। ਸਤਿਗੁਰਾਂ ਨੇ ਮਨਾ ਨਹੀਂ ਕੀਤਾ, ਉਹ ਟਿੰਡ ਸਤਿਗੁਰ ਨਾਲ ਲੈ ਕੇ ਤੁਰ ਪਏ, ਰੱਸੀ ਪਾਈ ਹੋਈ ਹੈ। ਤੇ ਜਦੋਂ ਉਹ ਠੰਡੀ ਹੋ ਗਈ, ਬੁਝ ਗਈ, ਤਾਂ ਮਾਛੂਆੜੇ ਦੇ ਜੰਗਲਾਂ ਵਿੱਚ ਫਿਰ ਉਸੇ ਟਿੰਡ ਦਾ ਸਰਾਣਾ ਲਾ ਕੇ ਕੰਡਿਆਂ ਦੀ ਸੇਜ ਵਿਛਾ ਕੇ ਸਤਿਗੁਰਾਂ ਨੇ ਆਰਾਮ ਕੀਤਾ, ਉਸੇ ਟਿੰਡ ਨੂੰ ਫਿਰ ਸਰਾਣੇ ਰੱਖਿਆ। ਕਹਿਣ ਦਾ ਮੇਰੇ ਭਾਵ ਕਿ ਜਿਨ੍ਹਾਂ ਨੂੰ ਨੀਚ ਕਹਿ ਕੇ ਦੁਰਕਾਰਿਆ ਜਾਂਦਾ ਏ, ਅੱਜ ਵੀ ਲਾਗੇ ਨਹੀਂ ਬੈਠਣ ਦਿੱਤਾ ਜਾਂਦਾ। ਪਰ ਇਤਿਹਾਸ ਪੜ੍ਹ ਕੇ ਦੇਖ ਲਓ, ਸਭ ਤੋਂ ਜ਼ਿਆਦਾ ਵਫਾਦਾਰੀ ਗੁਰੂ ਦੇ ਨਾਲ ਕੀਤੀ ਹੀ ਇਹਨਾਂ ਨੇ। ਗੁਰੂ ਦੇ ਵਫਾਦਾਰ ਰਹੇ ਹੀ ਇਹ ਲੋਕ ਨੇ, ਕਿਉਂਕਿ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਜ਼ਮੀਨ ਜਾਇਦਾਦ ਨੇ, ਸ਼ਾਹੂਕਾਰ ਨੇ, ਉਹਨਾਂ ਨੂੰ ਕੀ ਲੋੜ ਹੈ ਕਿਸੇ ਦੀ ਖਾਤਰ ਮਰਨ ਦੀ ਜਾ ਕੇ। ਜੇ ਸਤਿਗੁਰਾਂ ਨੇ ਸਾਨੂੰ ਪਾਤਸ਼ਾਹੀਆਂ ਦਿੱਤੀਆਂ ਨੇ ਨਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਦੇਖੋ ਜੇ ਤੁਸੀਂ ਥੋੜ੍ਹਾ ਜਿਹਾ ਵਿਚਾਰ ਦੇ ਨਾਲ ਦੇਖੋ, ਸਿੱਖ ਧਰਮ ਅਸਲ ਵਿੱਚ ਹੈ ਹੀ ਸਾਡਾ, ਇਹ ਧਰਮ ਅਸਲ ਵਿੱਚ ਸਾਡਾ ਏ, ਪਰ ਸਾਡੀ ਕਮਜ਼ੋਰੀ ਕਹਿ ਲਓ, ਸਾਡੀ ਲਾਚਾਰੀ ਕਹਿ ਲਓ, ਸਾਡੇ ਵਿੱਚ ਅਗਿਆਨਤਾ ਕਹਿ ਲਓ, ਅਸੀਂ ਇਸ ਤੋਂ ਮੁੱਖ ਮੋੜ ਲਿਆ ਏ, ਅਸੀਂ ਇਸ ਤੋਂ ਮੁੱਖ ਮੋੜ ਲਿਆ ਏ। ਪਰ ਅਸਲ ਵਿੱਚ ਇਹ ਧਰਮ ਹੈ ਹੀ ਸਾਡਾ, ਇਹ ਬਣਿਆ ਹੀ ਸਾਡੇ ਲਈ ਸੀ, ਇਹ ਬਣਿਆ ਹੀ ਸਾਡੇ ਲਈ ਸੀ। ਤੇ ਸਤ ਸੰਗਿਓ, ਸਤਿਗੁਰ ਆਖਦੇ ਨੇ ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਜਿੱਦਾਂ ਮਧੂ ਮੱਖੀਆਂ ਛੋਟੀਆਂ ਵੱਡੀਆਂ ਇੱਕੋ ਜਗ੍ਹਾ ਰਹਿੰਦੀਆਂ ਨੇ, ਤੁਸੀਂ ਵੀ ਸਤ ਸੰਗ ਦੇ ਵਿੱਚ ਇੱਕ ਹੋ ਕੇ ਰਿਹਾ ਕਰੋ।
ਇੱਕ ਹੋ ਕੇ ਬੈਠੋ। ਪਰ ਅਸੀਂ ਸਤ ਸੰਗ ਵਿੱਚ ਕੀ ਇੱਕ ਹੋਣਾ ਏ। ਸਾਡੀਆਂ ਤਾਂ ਲੰਗਰ ਦੇ ਵਿੱਚ ਲਾਈਨਾਂ ਵੀ ਇੱਕ ਨਹੀਂ ਹੋ ਸਕੀਆਂ। ਅੱਜ ਵੀ ਕਈ ਇਹੋ ਜਿਹੇ ਡੇਰੇ ਨੇ ਜਿੱਥੇ ਜਾਤਾਂ ਦੇ ਆਧਾਰ ਤੇ ਬਿਠਾਲ ਕੇ ਲੰਗਰ ਛਕਾਇਆ ਜਾਂਦਾ ਹੈ, ਜਿੱਥੇ ਵਿਤਕਰਾ ਕੀਤਾ ਜਾਂਦਾ ਹੈ। ਸਤ ਸੰਗੀਓ, ਲੰਗਰ ਤਾਂ ਦੂਰ ਦੀ ਗੱਲ, ਅੰਮ੍ਰਿਤ ਛਕਾਉਣ ਵੇਲੇ ਵੀ ਵਿਤਕਰਾ ਕਰਦੇ ਨੇ। ਆਹ ਨਿਹੰਗ ਸਿੰਘਾਂ ਦੀ ਜੋ ਪ੍ਰਥਾ ਹੈ ਨਾ, ਉਹ ਜਦੋਂ ਅੰਮ੍ਰਿਤ ਛਕਾਉਂਦੇ ਨੇ ਉਹ ਸਪੈਸ਼ਲ ਪੁੱਛਦੇ ਨੇ, ਭਾਈ ਜੇ ਕੋਈ ਮੱਝ ਵੀ ਹੈ, ਜੇ ਕੋਈ ਚਮਾਰ ਹੈ ਤਾਂ ਇੱਕ ਪਾਸੇ ਆ ਜਾਓ। ਇਹ ਤਾਂ ਹਾਲਾਤ ਨੇ। ਗੱਲ ਅਸੀਂ ਕਰਦੇ ਹਾਂ ਕਿ ਮਧਪ ਮਖੀਰਾ ਵਾਂਗੂ ਅਸੀਂ ਰਹਿਣਾ ਹੈ। ਕੀ ਅਸੀਂ ਮਧੂ ਦੀਆਂ ਮੱਖੀਆਂ ਵਾਂਗੂ ਰਵਾਂਗੇ? ਉਹ ਤਾਂ ਬੜੇ ਪ੍ਰੇਮ ਦੇ ਨਾਲ ਰਸ ਚੂਸਦੀਆਂ ਨੇ ਸਤਸੰਗ ਦੇ ਵਿੱਚੋਂ। ਖੈਰ, ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ, ਕਿਉਂਕਿ ਵਿਚਾਰ ਤਾਂ ਬਹੁਤ ਲੰਮੀ ਚੌੜੀ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ, ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰਵਿਦਾਸ ਚਮਾਰਾ। ਰਾਜਾ ਰਾਮ, ਇੱਥੇ ਰਾਜਾ ਰਾਮ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਰਾਜਨ 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 ਤੁਮ ਹੋ ਸਭ ਰਾਜਨ ਕੇ ਰਾਜਾ। ਉਹ ਜਿਹੜਾ ਰਾਮ ਹੈ, ਗੁਰਬਾਣੀ ਦਾ ਰਾਮ, ਉਹੀ ਰਾਜਾ ਹੈ ਜੋ ਸਾਰਿਆਂ ਦਾ ਰਾਜਾ ਹੈ। ਇੱਥੇ ਦਸ਼ਰਥ ਦੇ ਪੁੱਤਰ ਰਾਮ ਦੀ ਗੱਲ ਨਹੀਂ ਹੋ ਰਹੀ। ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰਵਿਦਾਸ ਚਮਾਰਾ। ਜਿਹੜਾ ਉਸ ਪਰਿਪੂਰਨ ਪਰਮਾਤਮਾ ਦੀ ਸੇਵਾ ਨਹੀਂ ਕਰਦਾ, ਉਸ ਪ੍ਰਭੂ ਦੀ ਸੇਵਾ ਨਹੀਂ ਕਰਦਾ। ਹੁਣ ਪ੍ਰਭੂ ਦੀ ਸੇਵਾ ਕਰਨੀ ਕੀ ਹੈ, ਇਹ ਵੀ ਸਮਝਣਾ ਜ਼ਰੂਰੀ ਹੈ। ਕਿਉਂਕਿ ਜੇ ਉਹ ਨਿਰੰਕਾਰ ਹੈ, ਜੇ ਉਹ ਦਿਸਦਾ ਨਹੀਂ ਹੈ, ਤਾਂ ਉਹਦੀ ਸੇਵਾ ਫਿਰ ਇਹਨਾਂ ਹੱਥਾਂ ਨਾਲ ਤਾਂ ਹੋ ਨਹੀਂ ਸਕਦੀ। ਉਹਦੀ ਸੇਵਾ ਕੀ ਹੈ? ਸਤਿਗੁਰ ਆਖਦੇ ਨੇ ਕਿ ਗੁਰ ਕੀ ਟਹਿਲ ਕਮਾਵਣੀ, ਜਪੀਏ ਹਰਿ ਕਾ ਨਾਉ। ਜਿਹੜੇ ਗੁਰੂ ਉਹ ਪਰਮਾਤਮਾ ਹੀ ਹੈ, ਕਿਉਂਕਿ ਸਾਰਿਆਂ ਨੂੰ ਗਿਆਨ ਉਹ ਤੋਂ ਆਉਂਦਾ ਹੈ। ਉਸ ਪਰਿਪੂਰਨ ਪਰਮਾਤਮਾ ਦੀ ਸੇਵਾ ਇਹੀ ਹੈ, ਜਿਹੜਾ ਉਹਦੇ ਨਾਮ ਦੇ ਨਾਲ ਜੁੜਨਾ ਹੈ, ਉਹਦੇ ਹੁਕਮ ਨੂੰ ਸਮਝਣਾ ਹੈ, ਉਹਦੀ ਰਜ਼ਾ ਨੂੰ ਸਮਝਣਾ ਹੈ। ਇਹੀ ਉਹਦੀ ਸੇਵਾ ਹੈ। ਔਰ ਸਰੀਰ ਦੇ ਨਾਲ ਉਸ ਨਿਰੰਕਾਰ ਦੀ ਸੇਵਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ। ਜਿਹਦਾ ਰੂਪ ਰੰਗ ਹੀ ਨਹੀਂ ਹੈ, ਉਹਦੀ ਆਪਾਂ ਸਰੀਰ ਦੇ ਨਾਲ ਸੇਵਾ ਕਿਸ ਤਰ੍ਹਾਂ ਕਰ ਸਕਦੇ ਹਾਂ? ਸੋ ਕਿਉਂਕਿ ਘੰਟੇ ਕੁ ਦਾ ਸਮਾਂ ਹੁੰਦਾ ਹੈ, ਸ਼ਬਦ ਦੀ ਘੰਟੇ ਵਿੱਚ ਵਿਆਖਿਆ ਨਹੀਂ ਹੁੰਦੀ। ਤਾਂ ਕਾਹਲੀ ਵਿੱਚ ਜਿੰਨਾ ਕੁ ਮੈਂ ਸਮੇਟ ਸਕਿਆ, ਮੈਂ ਸਮੇਟਣ ਦੀ ਕੋਸ਼ਿਸ਼ ਕੀਤੀ ਹੈ। ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਆਓ ਆਪਾਂ ਹੁਣ ਆਨੰਦ ਸਾਹਿਬ ਜੀ ਦਾ ਜਾਪ ਕਰੀਏ। ਇੰਨੀਆਂ ਹੀ ਕਥਾ ਬੇਨਤੀਆਂ ਪ੍ਰਵਾਨ